ਔਰ ਮੈਂ ਆਪਾਂ ਇੱਥੋਂ ਤੱਕ ਗੱਲ ਸਮਝ ਗਏ ਸੀਗੇ ਕਿ ਜਿਹੜਾ ਏਕਾ ਹੈ ਉਹ ਐਕਚੁਅਲੀ ਨੌਨ ਐਗਜ਼ਿਸਟੈਂਸ ਤੋਂ ਐਗਜ਼ਿਸਟੈਂਸ ਵੱਲ ਆਉਣ ਦਾ ਪਹਿਲਾ ਕਦਮ ਵੀ ਹੈ। ਜੋ ਚੀਜ਼ਾਂ ਸਾਨੂੰ ਨਜ਼ਰ ਨਹੀਂ ਆਉਂਦੀਆਂ, ਜੋ ਰਹੱਸ ਹੈ, ਉਹਨਾਂ ਵੱਲ ਜਿਹੜੀ ਇੱਕ ਖਿੱਚ ਬਣੀ ਰਹਿੰਦੀ ਆ, ਉਹ ਖਿੱਚ ਬਣਨ ਦਾ ਕਾਰਨ ਹੀ ਇਹ ਆ ਕਿ ਜੋ ਵੀ ਤੁਹਾਨੂੰ ਨਜ਼ਰ ਆ ਰਿਹਾ, ਜੋ ਪਰਮਾਤਮਾ ਦਾ ਬਣਿਆ ਹੋਇਆ, ਉਹ ਸਾਰਾ ਕੁਝ ਤੁਹਾਡੇ ਅੰਦਰ ਵੀ ਹੈ। ਇੱਕ ਤੁਹਾਡਾ ਉਹ ਸਟਰਿੰਗ ਦੇ ਨਾਲ ਚੱਲਣਾ ਚਾਹੀਦਾ ਹੈ, ਜਿਹੜੀ ਸਟਰਿੰਗ ਤੁਹਾਡੀ ਪਰਮਾਤਮਾ ਦੇ ਨਾਲ ਤੁਹਾਡੀ ਲਿਵ ਲਾਵੇ। ਜੋ ਬ੍ਰਹਿਮੰਡ ਦੇ ਵਿੱਚ ਹੈ, ਜਿਸ ਤਰੀਕੇ ਨਾਲ ਜੋ ਕਾਸਮਿਕ ਆਰਡਰ ਬ੍ਰਹਿਮੰਡ ਨੂੰ ਬੰਨ੍ਹ ਕੇ ਬੈਠਾ ਹੈ, ਉਹੀ ਤੁਹਾਡੀ ਬਾਡੀ ਨੂੰ ਬੰਨ੍ਹ ਕੇ ਬੈਠਾ ਹੈ। ਜਦੋਂ ਤੁਸੀਂ ਇੰਨੀ ਕੁ ਗੱਲ ਸਮਝ ਕੇ ਇੱਕ ਓਅੰਕਾਰ ਬੋਲੋਗੇ ਤਾਂ ਅਗਲੀ ਗੱਲ ਜਿਹੜੀ ਹੈ ਉਹ ਆਏਗੀ, ਵਾਹ ਏ ਗੁਰੂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਵੀ ਅੱਖਰ ਲਿਖਿਆ ਹੋਇਆ ਉਹ ਤੁਹਾਡੇ ਲਈ ਤੁਹਾਡਾ ਗੁਰੂ ਹੈ, ਉਹ ਗੁਰੂ ਦੀ ਬਾਣੀ। ਇਹ ਗ੍ਰੰਥ ਗੰਦ ਲਿਖਿਆ, ਪਤਾ ਨਹੀਂ ਕੀ ਵਰਡਸ ਆਪਾਂ ਯੂਜ਼ ਕਰਦੇ, ਸਾਡੀ ਟਰਮੀਨੋਲੋਜੀ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਇਹ ਐਪੀਸੋਡ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਉਹਨਾਂ ਸਾਰੇ ਜਿਹੜੇ ਸਾਡੇ ਸਰੋਤੇ, ਸਾਡੇ ਦਰਸ਼ਕ ਜਾਂ ਜਿਹੜੀ ਸੰਗਤ ਨੇ ਸਾਨੂੰ ਦੇਖਿਆ ਔਰ ਇਸ ਪ੍ਰੋਗਰਾਮ ਨੂੰ ਅਪਣਾਇਆ ਹੈ ਐਕਚੁਅਲੀ, ਹੈ ਨਾ, ਔਰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ, ਕਿਉਂਕਿ ਸਾਨੂੰ ਜਿਹੜੇ ਕਾਲਸ ਆ ਰਹੇ ਆ, ਜਿਹੜੇ ਅਕਾਲ ਚੈਨਲ ਦੀ ਟੀਮ ਨੂੰ, ਉਹ ਬੜੇ ਉਤਸ਼ਾਹ ਦੇਣ ਵਾਲੇ ਆ, ਉਹ ਬੜੇ ਮੋਟੀਵੇਸ਼ਨ ਦੇਣ ਵਾਲੇ ਆ ਕਿ ਐਟਲੀਸਟ ਸਾਡਾ ਮੈਸੇਜ ਕਿਤੇ ਨਾ ਕਿਤੇ ਪਹੁੰਚ ਰਿਹਾ ਆ। ਕੁਝ ਲੋਕ ਸਾਡੇ ਉਸ ਮੈਸੇਜ ਨੂੰ ਸਮਝ ਰਹੇ ਆ, ਸੁਣ ਰਹੇ ਆ ਔਰ ਉਸ ਤੋਂ ਬਾਅਦ ਰਿਵਰਟ ਵੀ ਕਰ ਰਹੇ। ਦੈਟ ਇਜ਼ ਵੈਰੀ ਇੰਪੋਰਟੈਂਟ, ਕਿਉਂਕਿ ਜਦੋਂ ਅਸੀਂ ਬੋਲ ਕੇ ਚਲੇ ਜਾਂਦੇ ਹਾਂ ਇੱਥੋਂ, ਮੈਂ ਇੱਥੋਂ ਬੋਲ ਕੇ ਚਲੀ ਜਾਂਦੀ ਹਾਂ, ਟੀਮ ਪੂਰੀ ਆਪਣਾ ਕੰਮ ਕਰ ਲੈਂਦੀ ਆ, ਰਿਕਾਰਡਿੰਗ ਹੋ ਜਾਂਦੀ ਆ, ਉਸ ਤੋਂ ਬਾਅਦ ਜਿਹੜੀ ਇਹ ਜਿਹੜਾ ਸਾਡਾ ਮੈਸੇਜ ਜਦੋਂ ਸੰਗਤ ਵਿੱਚ ਜਾਂਦਾ ਹੈ ਤਾਂ ਉਸ ਸੰਗਤ ਦੀ ਕਚਹਿਰੀ ਦੇ ਵਿੱਚ ਹੁੰਦਾ ਆ, ਤਾਂ ਉਹਨਾਂ ਦਾ ਜਦੋਂ ਸਾਨੂੰ ਅੱਗੋਂ ਇੰਪ੍ਰੈਸ਼ਨ ਆਉਂਦਾ ਕਿ ਉਹਨਾਂ ਨੂੰ ਸਾਡੀ ਜਿਹੜੀ ਵੀ ਅਸੀਂ ਇੱਥੇ ਕੰਮ ਕਰ ਰਹੇ ਹਾਂ ਉਹਦੇ ਵਿੱਚ ਕੁਝ ਪੋਜ਼ੀਟਿਵ ਚੀਜ਼ਾਂ ਮਿਲ ਰਹੀਆਂ ਆ, ਤਾਂ ਆਪਣੇ ਆਪ ਵਿੱਚ ਬੜੀ ਮੋਟੀਵੇਸ਼ਨਲ ਗੱਲ ਆ। ਸਭ ਤੋਂ ਪਹਿਲਾਂ ਤਾਂ ਮੈਂ ਇਸ ਐਪੀਸੋਡ ਦੇ ਸ਼ੁਰੂ ਵਿੱਚ ਹੀ ਮੈਂ ਉਹਨਾਂ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਅਪਣਾਇਆ ਹੈ। ਕਿਉਂਕਿ ਪਿਆਰ, ਮੈਂ ਨਹੀਂ ਕਹੂੰਗੀ ਤੁਸੀਂ ਪਿਆਰ ਦਿੱਤਾ, ਕਿਉਂਕਿ ਪਿਆਰ ਤਾਂ ਹੀ ਦਿੱਤਾ ਜਾ ਸਕਦਾ ਜੇ ਅਪਣਾਇਆ ਜਾਏ ਤੇ ਇਸ ਕਰਕੇ ਤੁਸੀਂ ਅਪਣਾਇਆ ਇਸ ਪ੍ਰੋਗਰਾਮ ਨੂੰ, ਇਸੇ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ। ਪਿਛਲੇ ਜਿਹੜੇ 2 ਐਪੀਸੋਡਸ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਓਂਕਾਰ ਦੇ ਅਰਥ, ਜਿੰਨੀ ਕੁ ਮੇਰੀ ਮੱਤ ਹੈ, ਜਿੰਨੀ ਕੁ ਮੇਰੀ ਸੋਝੀ ਹੈ, ਉਸ ਅਕੋਰਡਿੰਗ ਮੈਂ ਸਾਂਝੇ ਕਰਨ ਦੀ ਕੋਸ਼ਿਸ਼ ਤੁਹਾਡੇ ਨਾਲ ਕੀਤੀ ਸੀਗੀ। ਮੈਂ ਆਪ ਜੀ ਨਾਲ ਏਕੇ ਦਾ ਰਹੱਸ ਔਰ ਏਕੇ ਦੀ ਸਾਇੰਸ, ਜਿਹੜਾ ਏਕਾ ਹੈ ਉਹਦਾ ਰਹੱਸ, ਉਹਦੀ ਸਾਇੰਸ ਸਾਂਝੀ ਕੀਤੀ ਸੀਗੀ। ਔਰ ਮੈਂ ਆਪਾਂ ਇੱਥੋਂ ਤੱਕ ਗੱਲ ਸਮਝ ਗਏ ਸੀਗੇ ਕਿ ਜਿਹੜਾ ਏਕਾ ਹੈ ਉਹ ਐਕਚੁਅਲੀ ਨੌਨ ਐਗਜ਼ਿਸਟੈਂਸ ਤੋਂ ਐਗਜ਼ਿਸਟੈਂਸ ਵੱਲ ਆਉਣ ਦਾ ਪਹਿਲਾ ਕਦਮ ਵੀ ਹੈ। ਉਹੀ ਇੱਕ ਐਸਾ ਸ਼ੂਨ ਵੀ ਹੈ ਜਿਹਦੇ ਵਿੱਚ ਸਾਰੇ ਤਰ੍ਹਾਂ ਦੀਆਂ ਰਾਗ ਧੁਨਾਂ ਪਈਆਂ ਹੋਈਆਂ, ਔਰ ਉਹੀ ਧੁਨਾਂ ਜਦੋਂ ਓਅੰਕਾਰ ਦੇ ਰੂਪ ਦੇ ਵਿੱਚ ਆਪਣਾ ਪਸਾਰਾ ਪਸਰਦਾ ਹੈ ਤਾਂ ਉਹੀ ਜਿਹੜੀਆਂ ਧੁਨਾਂ ਹੈ ਉਹ ਪੂਰੀ, ਜਿਹਨੂੰ ਅਨਹਦ ਨਾਦ ਬੋਲਦੇ ਆ, ਉਹ ਸਾਰੇ ਬ੍ਰਹਿਮੰਡ ਨੂੰ ਇੱਕ ਧਾਗੇ 'ਚ ਪਰੋ ਕੇ ਬੈਠੀਆਂ ਹੋਈਆਂ ਆ। ਔਰ ਇੱਕ ਜਿਹੜਾ ਸਫੀਅਰਸ ਦਾ ਮਿਊਜ਼ਿਕ ਆਫ ਸਫੀਅਰਸ ਦੀ ਮੈਂ ਗੱਲ ਕੀਤੀ ਸੀਗੀ, ਉਹ ਪੂਰੇ ਬ੍ਰਹਿਮੰਡ ਨੂੰ ਆਰਡਰ ਦਿੰਦੀਆਂ ਨੇ ਉਹ ਧੁਨਾਂ, ਔਰ ਉਹੋ ਜਿਹੀ ਹੀ ਇੱਕ ਧੁਨ ਜਿਹੜੀ ਹੈ ਉਹ ਤੁਹਾਡੇ ਅੰਦਰ ਵੀ ਨਾਲ ਚੱਲਦੀ ਆ। ਜਿਹੜਾ ਸਾਰਾ ਦਾ ਜਿੰਨਾ ਵੀ, ਜਦੋਂ ਵੀ ਸਪਿਰਿਚੁਅਲਿਟੀ ਦਾ, ਜਾਂ ਤੁਸੀਂ ਇਸ ਨੂੰ ਰਿਲੀਜੀਅਸ ਮਤ ਦਾ ਕਹਿ ਲਓ, ਜਾਂ ਸਬ ਕੌਨਸ਼ੀਅਸ ਲੈਵਲ ਦਾ ਕਹਿ ਲਓ, ਜਾਂ ਕੌਨਸ਼ੀਅਸ ਲੈਵਲ ਦਾ ਕਹਿ ਲਓ, ਜਦੋਂ ਵੀ ਆਪਾਂ ਇਸ ਰਾਸਤੇ ਵੱਲ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਨਾ, ਤਾਂ ਇਨਸਾਨ ਨੂੰ ਹਮੇਸ਼ਾ ਇਹੀ ਕਾਰਨ ਆ ਕਿ ਸਾਡੀ ਸਾਨੂੰ ਆਪਣੀ ਲਾਈਫ ਦੇ ਵਿੱਚ ਮਿਸਟਿਕ ਚੀਜ਼ਾਂ ਵੱਲ ਇੰਨੀ ਖਿੱਚ ਹੁੰਦੀ ਆ। ਜਦੋਂ ਵੀ ਸਾਨੂੰ ਇਸੇ ਲਈ ਇਹੀ ਕਾਰਨ ਆ ਕਿ ਕਿਉਂ ਜਦੋਂ ਤੁਹਾਨੂੰ ਕੋਈ ਕਹਿੰਦਾ ਨਾ ਕਿ ਬਹੁਤ ਪਹੁੰਚੇ ਹੋਏ ਬਾਬਾ ਜੀ ਹੈ ਜੀ, ਤਾਂ ਤੁਹਾਨੂੰ ਉਹ ਇੱਕ ਹੋਰ ਲੱਗ ਜਾਂਦਾ ਕਿ ਅੱਛਾ ਇਹਨੇ ਕੁਛ ਐਸਾ ਦੇਖਿਆ ਜੋ ਮੈਂ ਨਹੀਂ ਦੇਖਿਆ ਹੋਇਆ, ਤਾਂ ਸਾਡੀ ਇੱਕ ਖਿੱਚ ਬਣ ਜਾਂਦੀ ਆ। ਸੋ ਇਨਸਾਨ ਦੀ ਜਿਹੜੀ ਇੱਕ ਪੂਰੇ ਹੋਣ ਦੀ ਚਾਹ ਆ ਨਾ, ਜਿਹੜੀ ਇੱਕ ਜੋ ਚੀਜ਼ਾਂ ਸਾਨੂੰ ਨਜ਼ਰ ਨਹੀਂ ਆਉਂਦੀਆਂ, ਜੋ ਰਹੱਸ ਹੈ, ਉਹਨਾਂ ਵੱਲ ਜਿਹੜੀ ਇੱਕ ਖਿੱਚ ਬਣੀ ਰਹਿੰਦੀ ਆ, ਉਹ ਖਿੱਚ ਬਣਨ ਦਾ ਕਾਰਨ ਹੀ ਇਹ ਆ ਕਿ ਜੋ ਵੀ ਤੁਹਾਨੂੰ ਨਜ਼ਰ ਆ ਰਿਹਾ, ਜੋ ਪਰਮਾਤਮਾ ਦਾ ਬਣਿਆ ਹੋਇਆ, ਉਹ ਸਾਰਾ ਕੁਛ ਤੁਹਾਡੇ ਅੰਦਰ ਵੀ ਹੈ। ਹੁਣ ਇੱਥੋਂ ਹੀ ਅੱਗੇ ਆਪਾਂ ਅਗਰ ਚੱਲਦੇ ਹਾਂ ਤਾਂ ਮੈਂ ਤੁਹਾਡੇ ਨਾਲ ਇਹ ਗੱਲ ਕੀਤੀ ਸੀਗੀ ਕਿ ਜਿੰਨੀ ਵਾਰੀ ਵੀ ਜੇ ਤੁਹਾਨੂੰ ਇੱਕ ਓਅੰਕਾਰ ਦੀ ਜਿਹੜੀ ਗੱਲ ਹੈ ਉਹ ਸਮਝ ਆਈ ਆ, ਤਾਂ ਜਿੰਨੀ ਵਾਰੀ ਵੀ ਤੁਸੀਂ ਇੱਕ ਓਅੰਕਾਰ ਕਹੋ ਤਾਂ ਇਹ ਸੋਚੋ ਕਿ ਜੋ ਤੁਹਾਡੇ ਅੰਦਰ ਚੱਲ ਰਿਹਾ ਆ ਉਹ ਤੁਸੀਂ ਪਰਮਾਤਮਾ ਦੇ ਨਾਲ ਇੱਕਮਿਕ ਹੋ ਰਹੇ ਹੋ। ਪਰਮਾਤਮਾ ਕੀ ਆ? ਉਹ ਜੋ ਇੱਕ ਪੂਰਾ ਆਰਡਰ ਹੈ, ਜੋ ਸ਼ੂਨ ਦੇ ਵਿੱਚ ਵੀ ਹੈ ਔਰ ਜੋ ਏਕੇ ਦੇ ਵਿੱਚ ਵੀ ਸਮਾਇਆ ਹੋ, ਜੋ ਇੱਕ ਅਨਹਦ ਨਾਦ ਦਾ ਜਿਹੜਾ ਸਰੋਤ ਹੈ ਨਾ। ਜਦੋਂ ਤੁਸੀਂ ਇੱਕ ਕਹੋ ਤਾਂ ਉਹ ਇੱਕ ਤੁਹਾਡਾ ਉਹ ਸਟਰਿੰਗ ਦੇ ਨਾਲ ਚੱਲਣਾ ਚਾਹੀਦਾ ਹੈ, ਜਿਹੜੀ ਸਟਰਿੰਗ ਤੁਹਾਡੀ ਪਰਮਾਤਮਾ ਦੇ ਨਾਲ ਤੁਹਾਡੀ ਲਿਵ
ਲਾਵੇ। ਔਰ ਓਅੰਕਾਰ ਦੀ ਜਦੋਂ ਗੱਲ ਕਰੋ ਤਾਂ ਤੁਹਾਡੇ ਸਬਕੌਂਸ਼ੀਅਸ ਦੇ ਵਿੱਚ ਇਹ ਜਿਹੜਾ ਇੱਕਦਮ ਸਾਰਾ ਪਸਾਰਾ ਪਸਰ ਗਿਆ ਔਰ ਸਾਰੇ ਪਾਸੇ ਜਿਹੜੀਆਂ ਜਿਸ ਤਰੀਕੇ ਨਾਲ ਜਿਹੜਾ ਜਿਹਨੂੰ ਆਪਾਂ ਬਲਿਹਾਰੀ ਕੁਦਰਤ ਵਸਿਆ ਕਹਿੰਦੇ ਆ, ਉਹ ਬਲਿਹਾਰੀ ਕੁਦਰਤ ਵਸੇ ਦੇ ਨਾਲ ਤੁਸੀਂ ਇੱਕਮਿਕ ਹੋਣ ਦੀ ਗੱਲ ਸਮਝ ਲਓ। ਫਿਰ ਤੁਹਾਡਾ ਇੱਕ ਓਅੰਕਾਰ ਕਹਿਣਾ ਸਫਲ ਹੈ। ਕਿਉਂਕਿ ਬਹੁਤੀ ਵਾਰੀ ਕੀ ਹੁੰਦਾ, ਅਸੀਂ ਇੱਕ ਓਅੰਕਾਰ ਕਹਿੰਦੇ ਹਾਂ ਔਰ ਉਹਨੂੰ ਅਸੀਂ ਇੰਨਾ ਜ਼ਿਆਦਾ ਆਪਣੀ ਹੈਬਿਟ 'ਚ ਲੈ ਆਉਂਦੇ ਹਾਂ। ਇੱਕ ਓਅੰਕਾਰ ਅਤੇ ਫਿਰ ਉਹ ਏਕਮਕਾਰ ਹੋ ਜਾਂਦਾ ਅਤੇ ਫਿਰ ਉਹ ਇੱਕ ਓਂਕਾਰ ਅਤੇ ਪਤਾ ਨਹੀਂ ਕੀ ਹੋ ਜਾਂਦਾ। ਜਦੋਂ ਤੁਸੀਂ ਇਸ ਨੂੰ ਸਮਝ ਕੇ ਆਪਣੇ ਅੰਦਰ ਵਸਾ ਕੇ ਇੱਕ ਓਅੰਕਾਰ ਦਾ ਉਚਾਰਨ ਕਰੋਗੇ ਤਾਂ ਤੁਹਾਡੀ ਗੱਲ ਜਿਹੜੀ ਆ ਉਹ ਅੱਗੇ ਚੱਲੂਗੀ। ਕਿਉਂਕਿ ਇੱਕ ਗੱਲ ਮੈਂ ਤੁਹਾਨੂੰ ਦੁਬਾਰਾ ਇਹ ਰਿਪੀਟ ਕਰ ਰਹੀ ਹਾਂ ਕਿ ਜਿਵੇਂ ਦੀ, ਕਿਉਂਕਿ ਜੋ ਬ੍ਰਹਿਮੰਡੇ ਸੋਈ ਪਿੰਡੇ ਹੈ ਨਾ, ਜੋ ਬ੍ਰਹਿਮੰਡ ਦੇ ਵਿੱਚ ਹੈ, ਜਿਸ ਤਰੀਕੇ ਨਾਲ ਜੋ ਕਾਸਮਿਕ ਆਰਡਰ ਬ੍ਰਹਿਮੰਡ ਨੂੰ ਬੰਨ੍ਹ ਕੇ ਬੈਠਾ ਹੈ ਉਹੀ ਤੁਹਾਡੀ ਬੋਡੀ ਨੂੰ ਬੰਨ੍ਹ ਕੇ ਬੈਠਾ। ਤੁਸੀਂ ਇੱਕ 24 ਘੰਟੇ ਤੁਹਾਡਾ ਮਿਊਜ਼ਿਕ ਚੱਲੀ ਜਾ ਰਿਹਾ, ਉਹ ਮਿਊਜ਼ਿਕ ਤੁਹਾਡੀ ਸਾਹ ਦਾ ਮਿਊਜ਼ਿਕ ਹੈ। ਜੋ ਤੁਸੀਂ ਸਾਹ ਲੈਂਦੇ ਹੋ, ਜਰਾ ਆਪਣੇ ਸਾਹ ਦੇ ਉੱਤੇ ਕੰਸਨਟਰੇਟ ਕਰਕੇ ਦੇਖਿਓ ਕਿ ਸਾਹ ਦਾ ਜਦੋਂ ਤੁਹਾਡੇ ਅੰਦਰ ਸਾਹ ਚੱਲਦੇ ਆ ਤਾਂ ਤੁਹਾਡਾ ਉਹ ਮਿਊਜ਼ਿਕ ਚੱਲ ਰਿਹਾ ਆ। ਬੇਸਿਕਲੀ ਉਹ ਛੋਟੀ ਜਿਹੀ ਇੱਕ ਧੁਨ ਆ ਜਿਹੜੀ ਤੁਹਾਡੇ ਅੰਦਰ ਚੱਲ ਰਹੀ ਆ। ਹੁਣ ਉਸੇ ਹੀ ਧੁਨ ਦੇ ਨਾਲ ਬਾਕੀ ਸਾਰੀਆਂ ਚੀਜ਼ਾਂ ਬੰਨੀਆਂ ਹੋਈਆਂ। ਜਿਹੜਾ ਤੁਹਾਡੇ ਦਿਲ ਦੇ ਅੱਗੇ ਲੱਬ ਡੱਬ ਦੀ ਆਵਾਜ਼ ਆ, ਜੇ ਕਿਤੇ ਥੋੜ੍ਹੀ ਜਿੰਨੀ ਵੀ ਉਹ ਇੱਧਰ ਉੱਧਰ ਹੋ ਜੇ ਤਾਂ ਦੈਟ ਮੀਨਸ ਕਿ ਆਪਾਂ ਪ੍ਰੋਬਲਮ ਦੇ ਵਿੱਚ ਆ। ਇੱਕ ਪ੍ਰੋਪਰ ਰਿਦਮ ਹੈ ਹਾਰਟ ਬੀਟ ਦੀ, ਉਹ ਰਿਦਮ ਅਗਰ ਟੁੱਟੀ ਤਾਂ ਮਾੜੀ ਗੱਲ ਆ, ਮੌਤ ਆ, ਅਤੇ ਜਾਂ ਫਿਰ ਉਹ ਕੋਈ ਬਿਮਾਰੀ ਆ। ਸੋ ਉਹ ਜਿਹੜੀ ਲੱਬ ਡੱਬ ਦੀ ਹੈਗੀ ਆ ਰਿਦਮ, ਉਹ ਵੀ ਇਸ ਸਾਹ ਦੀ ਜਿਹੜੀ ਧੁਨ ਹੈ ਉਹਦੇ ਨਾਲ ਲੱਗੀ ਹੋਈ ਆ। ਤਾਂ ਤੁਸੀਂ ਜਦੋਂ ਏਕੇ ਦੀ ਗੱਲ ਕਰੋਗੇ, ਤੁਸੀਂ ਇਸ ਏਕੇ ਦੀ ਧੁਨ ਨੂੰ ਉਸ ਏਕੇ ਦੀ ਧੁਨ ਦੇ ਨਾਲ ਮਿਲਾਉਣ ਦੀ ਗੱਲ ਕਰਨੀ ਆ, ਜਿਸ ਨੂੰ ਗੁਰਬਾਣੀ ਆਤਮਾ ਅਤੇ ਪਰਮਾਤਮਾ ਦੀ ਨਿਰੰਤਰਤਾ ਦੀ ਗੱਲ ਕਰ ਰਹੀ ਆ। ਜਦੋਂ ਆਪਾਂ ਇਸ ਧੁਨ ਬਾਰੇ ਗੱਲ ਕਰਾਂਗੇ, ਜਦੋਂ ਆਪਾਂ ਇੱਕ ਓਅੰਕਾਰ ਦੀ ਗੱਲ ਕਰਾਂਗੇ ਤਾਂ ਸਾਡੀ ਜਿਹੜੀ ਸਬਕੌਂਸ਼ੀਅਸ ਦੇ ਵਿੱਚ ਇਹ ਚੀਜ਼ ਆਉਣੀ ਚਾਹੀਦੀ ਆ ਕਿ ਸਾਡੀ ਜਿਹੜੀ ਧੁਨ ਹੈ ਇਹ ਉਸ ਬ੍ਰਹਿਮੰਡ ਦੀ ਧੁਨ ਔਰ ਉਹਦੇ ਜਿਹੜਾ ਰਚੇਤਾ ਹੈ ਜੋ ਉਹਨੂੰ ਸਾਂਭੀ ਬੈਠਾ ਉਹਦੇ ਨਾਲ ਇੱਕਮਿਕ ਹੋ ਗਈ। ਔਰ ਉਸ ਤੋਂ ਬਾਅਦ ਅਸੀਂ ਉਹਦਾ ਸਾਰਾ ਜਿਹੜਾ ਪਸਾਰਾ ਜਿਹੜਾ ਪਸਰਿਆ ਓਅੰਕਾਰ ਦੇ ਰੂਪ ਦੇ ਵਿੱਚ ਅਸੀਂ ਉਹਨੂੰ ਸਮਝਣ ਦੇ ਕਾਬਲ ਹੋ ਜਾਵਾਂਗੇ। ਫਿਰ ਸਾਡੀ ਜਿਹੜੀ ਚੇਤਨਤਾ ਹੈ ਉਹ ਉਹਦੇ ਨਾਲ ਇੱਕਮਿਕ ਹੋ ਜੂਗੀ। ਏਕੰਕਾਰਾ ਸ਼ਬਦ ਧੁਨ ਓਅੰਕਾਰ ਆਕਾਰ ਬਣਾਇਆ। ਇਹ ਗੱਲ ਆਪਾਂ ਬੜੇ ਵਿਸਥਾਰ ਦੇ ਵਿੱਚ ਪਿਛਲੀਆਂ 2 ਐਪੀਸੋਡਸ ਦੇ ਵਿੱਚ ਕਰ ਚੁੱਕੇ ਹਾਂ। ਹੁਣ ਜਦੋਂ ਤੁਸੀਂ ਇੱਕ ਓਅੰਕਾਰ ਬੋਲਣ ਦੇ ਨਾਲ ਤੁਹਾਡੀ ਸਬਕੌਂਸ਼ੀਅਸਨੈਸ ਨਾਲ ਤੁਸੀਂ ਬਲਿਹਾਰੀ ਕੁਦਰਤ ਵਸਿਆ ਜਿਹੜਾ ਹੈ, ਤੁਸੀਂ ਉਹ ਕੌਣ ਹੈ ਬਲਿਹਾਰੀ ਕੁਦਰਤ ਵਸਿਆ, ਜਿਹੜਾ ਕੁਦਰਤ ਦੇ ਵਿੱਚ ਵਸਿਆ ਹੈ, ਜੋ ਕਾਦਰ ਹੈ, ਤੁਸੀਂ ਜਦੋਂ ਉਹਦੇ ਨਾਲ ਇੱਕਮਿਕ ਹੋਣੇ ਸ਼ੁਰੂ ਹੋ ਜਾਓਗੇ ਫਿਰ ਤੁਹਾਨੂੰ ਅਗਲੀ ਗੱਲ ਸਮਝਣੀ ਬਹੁਤ ਸੌਖੀ ਹੋ ਜਾਊਗੀ। ਵੈਸੇ ਇੱਕ ਓਅੰਕਾਰ ਤੋਂ ਬਾਅਦ ਜਿਹੜੀ ਗੱਲ ਆਉਣੀ ਚਾਹੀਦੀ ਆ ਉਹ ਸਤਿਨਾਮ ਆਉਣੀ ਚਾਹੀਦੀ ਆ, ਕਿਉਂਕਿ ਮੂਲ ਮੰਤਰ ਇਹੀ ਕਹਿੰਦਾ। ਪਰ ਕਿਉਂਕਿ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਇਸ ਟਾਈਮ 'ਤੇ ਅਰਦਾਸ ਦੀ, ਆਪਾਂ ਅਰਦਾਸ ਦੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਇਸ ਕਰਕੇ ਫਿਰ ਮੈਂ ਤੁਹਾਨੂੰ ਇੱਕ ਓਅੰਕਾਰ ਤੋਂ ਜਿਹੜੀ ਅਗਲੀ ਗੱਲ ਸਾਡੇ ਕੋਲ ਆਉਂਦੀ ਆ ਵਾਹਿਗੁਰੂ ਜੀ ਕੀ ਫਤਿਹ। ਹੁਣ ਜਦੋਂ ਤਾਂ ਆਪਾਂ ਬੜੇ ਸਰਲ ਅਰਥਾਂ ਦੀ ਗੱਲ ਕਰੀਏ ਤਾਂ ਤੁਸੀਂ ਸਿਰਫ ਆਪਣੇ ਅੱਖਾਂ ਬੰਦ ਕਰਕੇ ਇੱਕ ਗੱਲ ਸੋਚ ਕੇ ਦੇਖਿਓ। ਤੁਸੀਂ ਇੱਕ ਬੋਲੋ ਔਰ ਇੱਕ ਦੇ ਨਾਲ ਹੀ ਤੁਸੀਂ ਜਿਹੜੇ ਆਪਣੇ ਸਾਹ ਦੀ ਜਿਹੜੀ ਧੁਨ ਹੈ ਇਹਨੂੰ ਉਸ ਬ੍ਰਹਿਮੰਡ ਦੀ ਧੁਨ ਦੇ ਨਾਲ, ਉਸ ਅਨਹਦ ਨਾਦ ਦੇ ਨਾਲ ਮਿਲਾ ਕੇ ਦੇਖਣ ਦੀ ਕੋਸ਼ਿਸ਼ ਕਰਿਓ। ਕੋਸ਼ਿਸ਼ ਕਰੋ ਇਹ ਸਮਝਣ ਦੀ ਕਿ ਤੁਹਾਡੇ ਅੰਦਰ ਦੀ ਧੁਨ ਇਹੋ ਜਿਹੀ ਧੁਨ ਇੱਕ ਹੋਰ ਵੀ ਹੈ। ਸੋ ਤੁਸੀਂ ਉਸ ਬੜੇ ਵੱਡੇ ਕਾਸਮਿਕ ਰਹੱਸ ਦਾ ਇੱਕ ਹਿੱਸਾ ਹੋ ਔਰ ਉਹ ਹਿੱਸਾ ਬਹੁਤ ਇੰਪੋਰਟੈਂਟ ਆ। ਇੰਨੀ ਕੁ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਔਰ ਉਸ ਤੋਂ ਬਾਅਦ ਜਦੋਂ ਤੁਸੀਂ ਓਅੰਕਾਰ ਬੋਲੋ ਤਾਂ ਤੁਸੀਂ ਇਹ ਦੇਖੋ ਕਿ ਉਹ ਕਿਵੇਂ ਫੈਲਦਾ ਆ, ਕਿਵੇਂ ਸਾਰਾ ਕੁਛ ਜਿਹੜਾ ਆ, ਜਿੰਨਾ ਵੀ ਤੁਹਾਨੂੰ ਨਜ਼ਰ ਆਉਂਦਾ, ਜਿੰਨਾ ਵੀ ਤੁਸੀਂ ਦੇਖਿਆ ਅੱਜ ਤੱਕ, ਸਿਰਫ ਓਨਾ ਹੀ ਸਮਝ ਲਓ। ਜੋ ਨਹੀਂ ਦੇਖਿਆ ਉਹਦੇ ਵੱਲ ਤਾਂ ਆਪਾਂ ਹਜੇ ਜਾਈਏ ਹੀ ਨਾ। ਜਦੋਂ ਤੁਸੀਂ ਇੰਨੀ ਕੁ ਗੱਲ ਸਮਝ ਕੇ ਇੱਕ ਓਅੰਕਾਰ ਬੋਲੋਗੇ ਤਾਂ ਅਗਲੀ ਗੱਲ ਜਿਹੜੀ ਹੈ ਉਹ ਆਏਗੀ ਵਾਹ ਏ ਗੁਰੂ, ਕਿ ਵਾਹ ਏ ਗੁਰੂ ਜਿਹਨੇ ਇਹ ਸਭ ਕੁਛ ਬਣਾਇਆ ਹੈ। ਹੁਣ ਇਹ ਹੈ ਬੜੇ ਸਰਲ ਜਿਹੇ ਅਰਥ ਵਾਹਿਗੁਰੂ ਦੇ। ਜਦੋਂ ਆਪਾਂ ਇਸ ਦੀ ਕੰਪਲੈਕਸਿਟੀ ਦੇ ਵਿੱਚ ਜਾਵਾਂਗੇ, ਇਹਦੇ ਵੱਲ ਆਪਾਂ ਇਹਨੂੰ ਵਿਸਥਾਰ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ, ਸਾਡੇ ਬਹੁਤ ਸਾਰੀ ਜਿਹੜੀਆਂ ਦੁਵਿਧਾਵਾਂ ਨੇ, ਭਰਮ ਨੇ, ਉਹ ਦੂਰ ਹੋਣਗੇ। ਅਕਸਰ ਜਿਹੜੇ ਲੋਕਾਂ ਦਾ ਸਵਾਲ ਸਾਨੂੰ ਇਹ ਆ ਜਾਂਦੇ ਨੇ ਕਿ ਵਾਹਿਗੁਰੂ ਸ਼ਬਦ ਜਿਹੜਾ ਆ ਉਹ ਕਿੱਥੋਂ ਆਇਆ, ਕਿਉਂਕਿ ਬਹੁਤੇ ਲੋਕ ਇਹ ਕਹਿ ਦਿੰਦੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਵਾਹਿਗੁਰੂ ਇਸਤੇਮਾਲ ਨਹੀਂ ਕੀਤਾ। ਸਾਨੂੰ ਇੱਕ ਐਸਾ ਹੀ ਜਿਹੜਾ ਸਵਾਲ ਹੈ ਉਹ ਕਿਸੇ ਸੱਜਣ ਨੇ, ਕਿਸੇ ਵੀਰ ਭੈਣ ਨੇ ਸਾਨੂੰ ਕੈਨੇਡਾ ਤੋਂ ਫੋਨ ਕੀਤਾ ਤਾਂ ਉਹਨਾਂ ਨੇ ਵੀ ਇਹ ਗੱਲ ਪੁੱਛੀ ਕਿ ਵਾਹਿਗੁਰੂ ਦਾ ਜਿਹੜਾ ਗੁਰੂ ਨਾਨਕ ਦੇ ਫਲਸਫੇ ਦੇ ਨਾਲ ਵਾਹਿਗੁਰੂ ਦਾ ਕੀ ਜੋੜ ਹੈ ਉਹ ਜ਼ਰੂਰ ਦੱਸਿਆ ਜਾਏ।
ਤਾਂ ਲੱਕੀਲੀ ਅੱਜ ਸਾਡਾ ਜਿਹੜਾ ਐਪੀਸੋਡ ਆ ਉਹ ਇਹਦੇ ਉੱਤੇ ਹੀ ਆ, ਪਰ ਅਗੇਨ ਇਹ ਐਪੀਸੋਡ ਆਪਾਂ ਪਹਿਲਾਂ ਇਹਦੀਆਂ ਗੁੰਝਣਾਂ ਸਮਝਾਂਗੇ, ਹੈ ਨਾ। ਹੁਣ ਸਾਨੂੰ ਜਿਹੜਾ ਹਰ ਇੱਕ ਜਵਾਬ ਹੈ, ਜਿਵੇਂ ਮੈਂ ਪਹਿਲਾਂ ਵੀ ਕਹਿੰਦੀ ਹਾਂ ਕਿ ਜਿਹੜਾ ਵੀ ਸਾਡਾ ਕੋਈ ਸਵਾਲ ਹੈ ਉਸ ਦਾ ਜਵਾਬ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਮਿਲ ਜੂਗਾ। ਐਸਾ ਕੋਈ ਸਵਾਲ ਨਹੀਂ ਫਿਲੋਸਫੀਕਲ, ਰਿਲੀਜੀਅਸ, ਸੋਸ਼ੀਓਲੋਜੀਕਲ, ਕਲਚਰਲ, ਹਿਸਟੋਰੀਕਲ ਜਿਹੜਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾ ਮਿਲੇ, ਐਸਾ ਕੋਈ ਸਵਾਲ ਨਹੀਂ। ਸੋ ਇਸ ਸਵਾਲ ਦਾ ਜਵਾਬ ਵੀ ਸਾਨੂੰ ਅਗਰ ਲੈਣਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਦੇ ਵਿੱਚ ਸਾਨੂੰ ਜਾਣਾ ਪਊਗਾ। ਪਰ ਇਸ ਦਾ ਜਵਾਬ ਲੱਭਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਕੁਝ ਕੁ ਜਿਹੜੀਆਂ ਆਪਾਂ ਗਲਤੀਆਂ ਕਰਦੇ ਹਾਂ ਨਾ, ਉਹ ਸਾਂਝੀਆਂ ਕਰਨਾ ਜ਼ਿਆਦਾ ਜ਼ਰੂਰੀ ਸਮਝਦੀ ਹਾਂ। ਉਹ ਗਲਤੀਆਂ ਕਿਹੜੀਆਂ ਨੇ ਜਿਹੜੀਆਂ ਕਿਉਂਕਿ ਇਹ ਗਲਤੀਆਂ ਸਮਝਣਾ ਕਿਉਂ ਜ਼ਰੂਰੀ ਹੈ। ਵਾਹਿਗੁਰੂ ਸ਼ਬਦ ਦੇ ਸ਼ਬਦਾਰਥ ਵੱਲ ਜਾਣ ਤੋਂ ਪਹਿਲਾਂ ਜੇ ਆਪਾਂ ਨੂੰ ਇਹ ਪਤਾ ਲੱਗ ਜੇ ਕਿ ਅਸੀਂ ਕਿੱਥੇ ਕਿੱਥੇ ਥਿੜਕਦੇ ਹਾਂ, ਅਸੀਂ ਕਿੱਥੇ ਕਿੱਥੇ ਗਲਤੀਆਂ ਕਰਦੇ ਹਾਂ, ਤਾਂ ਫਿਰ ਜਦੋਂ ਅਸੀਂ ਸ਼ਬਦਾਰਥ ਵੱਲ ਜਾਵਾਂਗੇ ਨਾ, ਫਿਰ ਸਾਡੇ ਕਿੰਤੂ ਪ੍ਰੰਤੂ ਖਤਮ ਹੋ ਜਾਣਗੇ। ਅਗਰ ਮੈਂ ਸ਼ਬਦਾਰਥ ਦੀ ਗੱਲ ਸ਼ੁਰੂ ਕਰ ਦਿੱਤੀ ਔਰ ਇਹ ਦੱਸਿਆ ਹੀ ਨਾ ਕਿ ਕਿੱਥੇ ਕਿੱਥੇ ਦੁਵਿਧਾਵਾਂ ਆਉਂਦੀਆਂ ਨੇ, ਤਾਂ ਫਿਰ ਉਹ ਜਿਹੜੇ ਕਿੰਤੂ ਪ੍ਰੰਤੂ ਨੇ ਨਾ ਉਹ ਨਾਲ ਹੀ ਚੱਲਦੇ ਰਹਿਣਗੇ ਕਿ ਨਹੀਂ ਉੱਥੇ ਤਾਂ ਇੰਝ ਲਿਖਿਆ ਸੀ, ਉੱਥੇ ਤਾਂ ਇੰਝ ਲਿਖਿਆ ਸੀ। ਇਸ ਕਰਕੇ ਮੈਂ ਜ਼ਰੂਰੀ ਸਮਝਦੀ ਹਾਂ ਕਿ ਪਹਿਲਾਂ ਅੱਜ ਆਪਾਂ ਇੰਨੀ ਕੁ ਗੱਲ ਕਰ ਲਈਏ ਕਿ ਵਾਹਿਗੁਰੂ ਸ਼ਬਦ ਦੇ ਵਿੱਚ ਜਿਹੜੀਆਂ ਜੋ ਸਮਝਣ ਵਾਸਤੇ ਜੋ ਦੁਵਿਧਾਵਾਂ ਨੇ ਉਹ ਕੀ ਨੇ, ਇੰਨਾ ਕੁ ਸਮਝ ਲਈਏ ਆਪਾਂ। ਹੁਣ ਪਹਿਲੀ ਗੱਲ ਤਾਂ ਇਹ ਆ ਕਿ ਅਕਸਰ ਇਹ ਗੱਲ ਕਹੀ ਜਾਂਦੀ ਆ ਕਿ ਜੀ ਵਾਹਿਗੁਰੂ ਸ਼ਬਦ ਜਿਹੜਾ ਹੈ, ਜਿਵੇਂ ਮੈਂ ਪਹਿਲਾਂ ਕਹਿ ਹਟੀ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਕਦੀ ਯੂਜ਼ ਨਹੀਂ ਕੀਤਾ, ਗੁਰੂਆਂ ਨੇ ਇਸਤੇਮਾਲ ਨਹੀਂ ਕੀਤਾ ਵਾਹਿਗੁਰੂ ਸ਼ਬਦ। ਇਹ ਜਿਹੜਾ ਸ਼ਬਦ ਹੈ ਉਹ ਭੱਟਾਂ ਦੀ ਬਾਣੀ 'ਚ ਆਇਆ ਹੁਣ, ਔਰ ਭੱਟਾਂ ਦੀ ਬਾਣੀ ਦੇ ਵਿੱਚ ਆਇਆ ਅਤੇ ਇਸ ਕਰਕੇ ਉਹ ਆਪਾਂ ਉਹਦੇ ਵਾਸਤੇ ਆਪਾਂ ਕਿੰਤੂ ਪ੍ਰੰਤੂ ਕਰਦੇ ਹਾਂ। ਇੱਕ ਗੱਲ ਸਾਰੀ ਜਿਹੜੀ ਸੰਗਤ ਆ ਉਹ ਸਮਝ ਲਏ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਉਹਨੂੰ ਅਸੀਂ ਦੋ ਕਰਕੇ ਨਹੀਂ ਵੇਖ ਸਕਦੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਵੀ ਅੱਖਰ ਲਿਖਿਆ ਹੋਇਆ ਉਹ ਤੁਹਾਡੇ ਲਈ ਤੁਹਾਡਾ ਗੁਰੂ ਹੈ, ਉਹ ਗੁਰੂ ਦੀ ਬਾਣੀ ਹੈ। ਉਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਆਹ ਤਾਂ ਭੱਟਾਂ ਦੀ ਬਾਣੀ ਹੈ, ਇੰਨੀ ਕੁ ਮੈਂ ਨਹੀਂ ਮੰਨਦਾ, ਭਗਤਾਂ ਦੀ ਬਾਣੀ ਹੈ। ਨਹੀਂ, ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹੋ ਤਾਂ ਤੁਸੀਂ ਗੁਰੂ ਨਾਨਕ ਨੂੰ ਮੱਥਾ ਟੇਕਦੇ ਹੋ, ਤੁਸੀਂ ਰਾਦਰ ਸਾਰੇ 10 ਗੁਰੂਆਂ ਦੀ, ਕਿਉਂਕਿ ਜੋਤ ਆ ਉਹਦੇ 'ਚ, ਹੈ ਨਾ। ਤਾਂ ਚਾਹੇ ਉਹਦੇ ਵਿੱਚ ਉਹਨਾਂ ਦੀ ਬਾਣੀ ਹੈ, ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕਿਸੇ ਨੇ ਕੁਛ ਲਿਖਿਆ ਤਾਂ ਉਹ ਸਾਡੇ ਗੁਰੂ ਨਹੀਂ। ਪਰ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਹੈ ਉਹ ਸਾਡੀ ਗੁਰੂ ਹੈ, ਚਾਹੇ ਉਹ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ ਜਾਂ ਰਵਿਦਾਸ ਮਹਾਰਾਜ ਦੀ ਬਾਣੀ ਹੈ ਜਾਂ ਕਬੀਰ ਸਾਹਿਬ ਦੀ ਬਾਣੀ ਹੈ, ਉਹ ਜਿਸ ਦੀ ਵੀ ਬਾਣੀ ਹੈ ਉਹ ਸਾਡੀ ਗੁਰੂ ਹੈ। ਘੱਟੋ ਘੱਟ ਅਸੀਂ ਤਾਂ ਇੰਝ ਨਾ ਕਰੀਏ ਕਿ ਆਪਾਂ ਬਾਣੀ ਵੱਖਰੀ ਵੱਖਰੀ ਕਰਕੇ ਨਾ ਵੇਖੀਏ, ਇਹ ਗੱਲ ਬਣਨੀ ਨਹੀਂ, ਕਿਉਂਕਿ ਗੁਰਬਾਣੀ ਨੂੰ ਟੋਟੈਲਿਟੀ ਦੇ ਵਿੱਚ ਸਮਝਣਾ ਪਊਗਾ। ਗੁਰਬਾਣੀ ਨੂੰ ਅੱਧੀ ਕਰਕੇ ਨਹੀਂ ਸਮਝਿਆ ਜਾ ਸਕਦਾ ਕਿ ਭੱਟਾਂ ਦੀ ਬਾਣੀ ਹੈ ਇਸ ਕਰਕੇ ਇੱਦਾਂ ਦੀ ਹੈ, ਨਹੀਂ। ਜੇ ਗੁਰਬਾਣੀ ਦੇ ਵਿੱਚ, ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਹਿਗੁਰੂ ਦਾ ਜ਼ਿਕਰ ਆਇਆ ਹੈ ਤਾਂ ਸਾਨੂੰ ਇਹ ਮੰਨ ਕੇ ਚੱਲਣਾ ਪਊਗਾ ਕਿ ਜਿੰਨੇ ਵੀ ਗੁਰੂ ਸਾਹਿਬਾਨ ਨੇ, ਭਗਤ ਸਾਹਿਬਾਨ ਨੇ, ਭੱਟ ਸਾਹਿਬਾਨ ਨੇ, ਜਿਨ੍ਹਾਂ ਦੀ ਬਾਣੀ ਉਹਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਿਰਾਜਮਾਨ ਹੈ, ਉਹ ਸਾਰੇ ਹੀ ਉਹਦੇ ਨਾਲ ਅਗਰੀ ਕਰਦੇ ਆ, ਕਿਉਂਕਿ ਵਿਦਆਊਟ ਅਗਰੀਮੈਂਟ ਇਹ ਨਹੀਂ ਹੋ ਸਕਦਾ, ਹੈ ਨਾ। ਜੇ ਭੱਟਾਂ ਨੇ ਇਹ ਲਿਖਿਆ ਹੈ ਵਾਹਿਗੁਰੂ ਸ਼ਬਦ ਭੱਟਾਂ ਨੇ ਅਗਰ ਲਿਖਿਆ ਹੈ ਤਾਂ ਇਹ ਮੰਨ ਕੇ ਚੱਲੋ ਕਿ ਗੁਰੂ ਨਾਨਕ ਉਹਦੇ ਨਾਲ ਐਗਰੀ ਕਰਦੇ ਆ, ਫਿਰ ਉਹ ਉਹਦੇ ਵਿੱਚ ਹੈ, ਅਦਰਵਾਈਜ਼ ਉਹ ਨਹੀਂ ਹੋ ਸਕਦਾ। ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਵਾਸਤੇ ਗੁਰੂ ਨਾਨਕ ਨੂੰ ਵੱਖਰਾ ਅਤੇ ਭੱਟਾਂ ਨੂੰ ਵੱਖਰਾ ਅਤੇ ਭਗਤਾਂ ਨੂੰ ਵੱਖਰਾ ਨਹੀਂ ਕਰ ਸਕਦੇ, ਕਿਉਂਕਿ ਜੋ ਕੁਛ ਵੀ, ਮੈਂ ਫਿਰ ਕਹਿ ਰਹੀ ਹਾਂ, ਜੋ ਕੁਛ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਉਹ ਸਾਰਾ ਹੀ ਸਾਡਾ ਗੁਰੂ ਹੈ। ਜਦੋਂ ਅਸੀਂ ਮੱਥਾ ਟੇਕਦੇ ਹਾਂ ਤਾਂ ਅਸੀਂ ਸਾਰਿਆਂ ਨੂੰ ਟੋਟੈਲਿਟੀ ਵਿੱਚ ਮੱਥਾ ਟੇਕਦੇ ਹਾਂ। ਅਸੀਂ ਇਹ ਨਹੀਂ ਕਹਿੰਦੇ ਕਿ ਮੈਂ ਸਿਰਫ ਗੁਰੂ ਨਾਨਕ ਦੀ ਬਾਣੀ ਨੂੰ ਮੱਥਾ ਟੇਕ ਰਿਹਾ, ਇਹ ਪੋਸੀਬਲ ਹੀ ਨਹੀਂ ਆ, ਕਿਉਂਕਿ ਉਹ ਸਾਡਾ ਗੁਰੂ ਨਹੀਂ ਥਾਪਿਆ ਉਹਨਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸਾਡੇ ਗੁਰੂ ਥਾਪਿਆ, ਉਹਦੇ ਵਿੱਚ ਜੋ ਕੁਛ ਵੀ ਹੈ, ਜਿੰਨੀ ਵੀ ਬਾਣੀ ਹੈ ਉਹ ਸਾਡੀ ਗੁਰੂ ਹੈ, ਔਰ ਸਾਨੂੰ ਉਹਨੂੰ ਐਜ਼ ਇਟ ਇਜ਼ ਹੀ ਦੇਖਣਾ ਪਊਗਾ। ਇਸ ਕਰਕੇ ਜਦੋਂ ਤੁਹਾਡੇ ਕੋਲੇ ਪੁੱਛਿਆ ਜਾਵੇ ਕਿ ਵਾਹਿਗੁਰੂ ਸ਼ਬਦ ਸਭ ਤੋਂ ਪਹਿਲਾਂ ਕਿੱਥੇ ਆਇਆ, ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ, ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਤਾਂ ਇਸ ਦਾ ਮਤਲਬ ਹੈ ਕਿ ਗੁਰੂ ਨਾਨਕ ਨੇ ਹੀ ਵਾਹਿਗੁਰੂ ਸ਼ਬਦ ਦਿੱਤਾ। ਅਗਲੀ ਜਿਹੜੀ ਕਿਸ਼ਤ ਆਊਗੀ ਉਹਦੇ ਵਿੱਚ ਮੈਂ ਇਹਦੇ ਬਾਰੇ ਹੋਰ ਵੀ ਡਿਸਕਸ ਕਰੂੰਗੀ ਕਿ ਗੁਰੂ ਨਾਨਕ ਨੇ ਵਾਹਿਗੁਰੂ ਸ਼ਬਦ ਕਿਵੇਂ ਦਿੱਤਾ, ਇਸ ਬਾਰੇ ਵੀ ਆਪਾਂ ਡਿਸਕਸ ਕਰਾਂਗੇ। ਪਰ ਅੱਜ ਲਈ ਇੰਨਾ ਕੁ ਸਮਝ ਲਈਏ ਕਿ ਆਪਾਂ ਬਾਣੀ ਨੂੰ ਅਲੱਗ-ਅਲੱਗ ਕਰਕੇ ਨਹੀਂ ਦੇਖ ਸਕਦੇ, ਉਹਦੇ ਨਾਲ ਸਾਡੇ ਪੱਲੇ ਕੁਛ ਪੈਣਾ ਨਹੀਂ। ਅਗਲੀ ਜਿਹੜੀ ਸਭ ਤੋਂ ਵੱਡੀ ਗੱਲ ਆਉਂਦੀ ਹੈ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਅਕਸਰ ਜਿਹੜੀ ਹੈ ਨਾ ਉਹ ਬੰਤਰ ਦੀ ਗੱਲ ਸਾਹਮਣੇ ਆ ਜਾਂਦੀ ਹੈ ਕਿ ਵਾਹਿਗੁਰੂ ਦੀ ਬੰਤਰ ਦੇ ਵਿੱਚ ਨਾ ਭਾਈ ਗੁਰਦਾਸ ਦੀਆਂ ਵਾਰਾਂ ਦਾ ਹਵਾਲਾ ਦੇ ਦਿੱਤਾ ਜਾਂਦਾ। ਹੁਣ ਜਿਹੜੇ ਤਾਂ ਪਿਆਸ ਦੇ ਨਾਲ ਦਿੰਦੇ ਨੇ, ਪਿਆਸ ਮਤਲਬ ਜਿਨ੍ਹਾਂ ਦੇ ਕੁਝ ਸਮਝਣ ਦੀ
ਚਾਹ ਹੈ, ਜਿਹੜੇ ਵਾਕਈ ਜਾਣਨਾ ਚਾਹੁੰਦੇ ਨੇ, ਉਹ ਅਗਰ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਦੇਖਦੇ ਆ ਤਾਂ ਉਹਨਾਂ ਦਾ ਇੱਕ ਨਜ਼ਰੀਆ ਹੋਰ ਹੈ। ਪਰ ਕੁਛ ਲੋਕ ਸ਼ਰਾਰਤੀ ਵੀ ਆ, ਉਹਨਾਂ ਨੂੰ ਪਤਾ ਹੈ ਕਿ ਸਿੱਖਾਂ ਨੂੰ ਕਿਵੇਂ ਅਸੀਂ ਚੂੰਡੀ ਵੱਢਣੀ ਆ, ਹੈ ਨਾ, ਤਾਂ ਉਹ ਚੂੰਡੀ ਵੱਢ ਕੇ ਵੇਖਦੇ ਆ ਜ਼ਰਾ। ਉਹ ਫਿਰ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਉਸ ਤਰੀਕੇ ਨਾਲ ਕੋਟ ਕਰਦੇ ਔਰ ਉਹੀ ਚੀਜ਼ ਸਾਡੇ 'ਚ ਦੁਵਿਧਾ ਬਣ ਜਾਂਦੀ ਹੈ। ਹੁਣ ਬਹੁਤੇ ਲੋਕ, ਕਿਉਂਕਿ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਇਹ ਵਵਾ ਜਿਹੜਾ ਹੈ ਉਹ ਵਿਸ਼ਨੂੰ ਤੋਂ ਆਇਆ, ਹਾ ਹਰੀ ਤੋਂ ਆਇਆ, ਗੱਗਾ ਗੋਬਿੰਦ ਰਾਰਾ ਰਾਮ, ਤਾਂ ਇਸੇ ਚੀਜ਼ ਨੂੰ ਮੁੱਦਾ ਬਣਾ ਲਿਆ ਜਾਂਦਾ ਹੈ ਨਾ। ਹੁਣ ਇਹਦੇ ਵਿੱਚ ਦੋ ਨੁਕਤੇ ਸਮਝਣ ਦੀ ਗੱਲ ਕਰਿਓ ਜੀ। ਇੱਕ ਤਾਂ ਇਹ ਨੁਕਤਾ, ਪਹਿਲੀ ਗੱਲ, ਕਿ ਭਾਈ ਗੁਰਦਾਸ ਦੀਆਂ ਜਿਹੜੀਆਂ ਵਾਰਾਂ ਹੈ ਉਹ ਸਾਡੇ ਲਈ, ਗੁਰਬਾਣੀ ਨੂੰ ਸਮਝਣ ਲਈ ਬਹੁਤ ਇੰਪੋਰਟੈਂਟ ਜ਼ਰੂਰ ਹੈ, ਪਰ ਉਹ ਸਾਡੀਆਂ ਗੁਰੂ ਨਹੀਂ ਹੈ। ਉਹ ਗੁਰੂ ਨਹੀਂ ਹੈ, ਅਸੀਂ ਉਹਨਾਂ ਨੂੰ ਮੱਥਾ ਨਹੀਂ ਟੇਕਦੇ। ਸੋ ਉਹ ਰੈਫਰੈਂਸ ਪੁਆਇੰਟ ਤਾਂ ਹੋ ਸਕਦੇ ਆ, ਪਰ ਉਹ ਪੂਰਨ ਸੱਚ ਸਿਰਫ ਗੁਰਬਾਣੀ ਹੈ ਨਾ। ਉਹ ਉਸ ਤਰੀਕੇ ਨਾਲ ਨਹੀਂ, ਕਿਉਂਕਿ ਹਰ ਇੱਕ ਚੀਜ਼ ਜੋ ਵੀ ਲਿਖੀ ਗਈ, ਜੋ ਵੀ ਲਿਟਰੇਚਰ ਲਿਖਿਆ ਗਿਆ, ਉਹਨੂੰ ਅਸੀਂ ਪੜ੍ਹ ਸਕਦੇ ਹਾਂ ਆਪਣੇ ਤਰੀਕੇ ਨਾਲ, ਆਪਣੇ ਅਕੋਰਡਿੰਗ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਪਰ ਗੁਰਬਾਣੀ ਜਿਹੜੀ ਹੈ ਉਹ ਐਜ਼ ਇਟ ਇਜ਼ ਹੀ ਸਮਝਣੀ ਪਊਗੀ, ਐਜ਼ ਇਟ ਇਜ਼ ਹੀ ਮੰਨਣੀ ਪਊਗੀ। ਉਹ ਹੁਕਮ ਆ, ਉਹ ਤੁਹਾਨੂੰ ਹੁਕਮ ਮੰਨਣਾ ਪਊਗਾ। ਹੁਣ ਜਦੋਂ ਆਪਾਂ ਦੇਖਦੇ ਹਾਂ ਕਿ ਇਹ ਜਿਹੜੀ ਭਾਈ ਗੁਰਦਾਸ ਜੀ ਵਾਲੀ ਮੈਂ ਗੱਲ ਕੀਤੀ, ਦੂਸਰੀ ਗੱਲ ਜਿਹੜੀ ਜਿਹੜਾ ਪੁਆਇੰਟ, ਜਿਹੜਾ ਮੈਂ ਦੂਜਾ ਨੁਕਤਾ ਕਹਿ ਰਹੀ ਹਾਂ, ਉਹ ਇਹ ਹੈ ਕਿ ਭਾਈ ਗੁਰਦਾਸ ਜੀ ਜਦੋਂ, ਬੇਸ਼ੱਕ ਉਹ ਮੈਂ ਇਹ ਗੱਲ ਕਹਿ ਚੁੱਕੀ ਕਿ ਉਹ ਵਾਰਾਂ ਸਾਡੀਆਂ ਗੁਰੂ ਨਹੀਂ ਹੈ, ਪਰ ਦੂਜੀ ਗੱਲ ਇਹ ਵੀ ਬੜੀ ਇੰਪੋਰਟੈਂਟ ਹੈ ਕਿ ਜਿਸ ਲੈਵਲ 'ਤੇ ਜਾ ਕੇ ਭਾਈ ਗੁਰਦਾਸ ਲਿਖ ਰਹੇ ਨੇ, ਉਸ ਲੈਵਲ ਦੇ ਉੱਤੇ, ਉਸ ਇੰਟਲੈਕਚੁਅਲ, ਉਸ ਸਪਿਰਿਚੁਅਲ ਲੈਵਲ ਦੇ ਉੱਤੇ, ਉਸ ਅਵੇਕਨਡ ਲੈਵਲ ਦੇ ਉੱਤੇ ਤੁਸੀਂ ਉਨੀ ਚੇਤਨਾ ਤੁਹਾਡੀ ਜਾਗਰੂਕ ਹੈਗੀ ਆ, ਉਸ ਲੈਵਲ 'ਤੇ ਜਾ ਕੇ ਸਮਝਣਾ ਪਊਗਾ। ਕਿਉਂਕਿ ਜਦੋਂ ਤੁਸੀਂ ਵਵੇ ਤੋਂ ਵਿਸ਼ਨੂੰ ਦੀ ਗੱਲ ਕਰਕੇ ਤੇ ਤੁਸੀਂ ਉਹ ਇੱਕ ਚੁੰਡੀ ਜੀ ਵੱਢਣ ਦੀ ਕੋਸ਼ਿਸ਼ ਕਰਦੇ ਆ, ਪਰ ਤੁਹਾਨੂੰ ਸਮਝਣਾ ਪਊਗਾ ਕਿ ਵਿਸ਼ਨੂੰ ਕੀ ਹੈ, ਤੁਹਾਨੂੰ ਸਮਝਣਾ ਪਊਗਾ ਹਰੀ ਕੀ ਹੈ, ਤੁਹਾਨੂੰ ਸਮਝਣਾ ਪਊਗਾ ਗੋਬਿੰਦ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਹੀ ਉਹਨਾਂ ਨੇ ਗੋਬਿੰਦ ਕਰਕੇ ਉਹਦੇ 'ਚ ਦੱਸਿਆ ਹੈ। ਰਾਰੇ ਤੋਂ ਰਾਮ ਹੈ, ਤਾਂ ਰਾਮ ਕੀ ਹੈ ਬਕਾਇਦਾ। ਇਹ ਇੱਕ ਬਹੁਤ ਵੱਡਾ ਨਾ ਆਪਣੇ ਆਪ ਦੇ ਵਿੱਚ ਹੀ ਇੱਕ ਬੜਾ ਭੰਬਲ ਭੂਸਾ ਕਹਿ ਲਓ ਕਿ ਪਿਆ ਹੋਇਆ ਕਿ ਕੀ ਕਿਵੇਂ ਆ। ਬੇਸਿਕਲੀ ਹਰ ਇੱਕ ਚੀਜ਼ ਦੀ ਇੱਕ ਸਪਿਰਿਚੁਅਲ ਲੈਵਲ ਹੁੰਦਾ ਆ, ਇੱਕ ਕਹਾਣੀਨੁਮਾ ਗੱਲ ਹੁੰਦੀ, ਇੱਕ ਸਪਿਰਿਚੁਅਲ ਲੈਵਲ ਦੀ ਗੱਲ ਹੁੰਦੀ ਆ। ਅਗਲੇ ਐਪੀਸੋਡ ਦੇ ਵਿੱਚ ਮੈਂ ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕਲੀਅਰ ਕਰੂੰਗੀ ਕਿ ਜਿਹੜੇ ਗੋਪਾਲ ਦੀ ਗੱਲ ਵੀ ਕਰਦੇ ਹਾਂ ਤਾਂ ਗੋਪਾਲ ਕ੍ਰਿਸ਼ਨ ਕਿੱਦਾਂ ਨਹੀਂ, ਆਪਾਂ ਅੱਗੇ ਵੀ ਅੱਜ ਵੀ ਇਹਦੇ ਵਿੱਚ ਥੋੜ੍ਹਾ ਬਹੁਤ ਛੋਹਾਂਗੇ। ਸੋ ਜਦੋਂ ਉਹ ਇਹਨਾਂ ਵਰਡਸ ਦੀ ਗੱਲ ਵੀ ਕਰਦੇ ਆ ਨਾ ਭਾਈ ਗੁਰਦਾਸ, ਤਾਂ ਸਾਨੂੰ ਸਮਝਣਾ ਪਊਗਾ ਕਿ ਭਾਈ ਗੁਰਦਾਸ ਦੀ ਚੇਤਨਤਾ ਦੇ ਉੱਤੇ ਜਾ ਕੇ ਸਮਝਣਾ ਪਊਗਾ ਕਿ ਵਿਸ਼ਨੂੰ ਦੀ ਗੱਲ ਉਹ ਕਰ ਕਿੱਦਾਂ ਰਹੇ ਆ, ਵਿਸ਼ਨੂੰ ਕੌਣ ਹੈ, ਉਹ ਸਮਝਣਾ ਪਊਗਾ। ਹੁਣ ਇਹਦੇ ਵਿੱਚ ਇੱਕ ਤੁਹਾਨੂੰ ਮੈਂ ਬੜੀ ਉਦਾਹਰਨ ਮਾਤਰ ਜੀ ਇੱਕ ਗੱਲ ਮੈਂ ਦੱਸਦੀ ਹਾਂ। ਪਿੱਛੇ ਜੇ ਇੱਕ ਬਹੁਤ ਵੱਡਾ ਵਿਵਾਦ ਚੱਲਿਆ ਸੀ ਇਸੇ ਤਰੀਕੇ ਨਾਲ ਹੀ ਕਿ ਆਪਾਂ ਕਦੀ ਜਦੋਂ, ਹੁਣ ਦੇਖੋ ਨਾ, ਇੱਕ ਬੰਦਾ ਪਹਾੜ ਦੇ ਉੱਪਰ ਚੜ੍ਹਿਆ, ਉਹ ਕਹਿ ਰਿਹਾ ਠੰਡ ਬਹੁਤ ਹੈ, ਤੁਸੀਂ ਥੱਲੇ ਬਿਲਕੁਲ ਆ, ਤੁਸੀਂ ਕਹਿ ਰਹੇ ਨਹੀਂ ਗਰਮੀ ਬਹੁਤ ਹੈ ਨਾ। ਜਾਂ ਜਿਹੜਾ ਬੰਦਾ ਕਦੀ ਬਿਲਕੁਲ ਬਰਫੀਲੇ ਦੇਸ਼ਾਂ 'ਚ ਨਹੀਂ ਆਇਆ, ਉਹਨੂੰ ਪਤਾ ਹੀ ਨਹੀਂ ਕਿ ਬਰਫ਼ ਪੈਂਦੀ ਆ, ਤੁਸੀਂ ਉਹਨੂੰ ਕਹਿੰਦੇ ਆ ਕਿ ਇੱਥੇ ਨਾ ਸਾਰਾ ਦਿਨ ਬਰਫ਼ ਪੈਂਦੀ ਰਹਿੰਦੀ, ਉਹ ਕਹਿੰਦਾ ਝੂਠ ਗੱਪ। ਕਿਉਂਕਿ ਉਹਨੇ ਤੁਹਾਡੀ ਅਵਸਥਾ ਦੇਖੀ ਨਹੀਂ। ਤੁਹਾਨੂੰ ਦੋ ਚੀਜ਼ਾਂ ਨੂੰ ਕੰਪੇਅਰ ਕਰਨ ਲਈ ਘੱਟੋ ਘੱਟ ਸਿਮਿਲਰ ਅਵਸਥਾ ਦਾ ਹੋਣਾ ਬਹੁਤ ਜ਼ਰੂਰੀ ਆ। ਅਗਰ ਮੰਨ ਲਓ ਕੋਈ ਇੱਕ ਬਹੁਤ ਕੌਨਸ਼ੀਅਸ ਬੰਦਾ ਜਿਹਦੀ ਲਿਵ ਵਾਕਈ ਪਰਮਾਤਮਾ ਨਾਲ ਲੱਗੀ ਹੋਈ ਆ, ਉਹਨੂੰ ਮੇਰੀ PhD ਨਾਲ ਕੀ ਮਤਲਬ, ਉਹ ਜਿਸ ਲੈਵਲ ਦੇ ਉੱਤੇ ਉਹ ਬੈਠਾ ਗੱਲ ਕਰੂਗਾ ਉਸ ਲੈਵਲ ਤੱਕ ਮੈਂ ਪਹੁੰਚ ਹੀ ਨਹੀਂ ਸਕਦੀ। ਸੋ ਇਹ ਲੈਵਲਸ ਦੀ ਗੱਲ ਹੁੰਦੀ ਆ। ਸਾਨੂੰ ਜਦੋਂ ਵੀ ਆਪਾਂ ਕਿਸੇ ਵੀ ਲਿਟਰੇਚਰ ਨੂੰ ਪੜ੍ਹਦੇ ਹਾਂ ਨਾ, ਸਾਨੂੰ ਪਹਿਲਾਂ ਇਹ ਸਮਝਣਾ ਪਊਗਾ ਕਿ ਉਹ ਲਿਟਰੇਚਰ ਕਿਸ ਲੈਵਲ 'ਤੇ ਜਾ ਕੇ ਲਿਖਿਆ ਗਿਆ, ਉਹਦਾ ਕੰਟੈਕਸਟ ਕੀ ਸੀ, ਲਿਖਣ ਵਾਲਾ ਕੌਣ ਸੀ, ਉਹਦਾ ਕੰਟੈਕਸਟ ਕੀ ਸੀ। ਲਿਟਰੇਚਰ, ਮੈਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਕਰ ਰਹੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਗੁਰੂ ਨੇ, ਲਿਟਰੇਚਰ ਦੀ ਗੱਲ ਕਰ ਰਹੀ ਹਾਂ। ਹੁਣ ਇਹਦੀ ਮੈਂ ਇੱਕ ਐਗਜ਼ਾਮਪਲ ਮਾਤਰ ਦਿੰਦੀ ਹਾਂ ਕਿ ਪਿੱਛੇ ਜੇ ਇੱਕ ਬੜਾ ਵੱਡਾ ਉਹ ਵਿਵਾਦ ਚੱਲਿਆ ਸੀ। ਵਿਵਾਦ ਇਹ ਸੀ ਕਿ ਜੀ ਕਵੀ ਸੰਤੋਖ ਸਿੰਘ ਹੋਣਾ ਨੇ ਬਹੁਤ ਗਲਤ ਲਿਖਿਆ ਆ, ਬਹੁਤ ਲੋਕਾਂ ਨੇ ਗਾਲਾਂ ਵੀ ਕੱਢੀਆਂ ਕਿ ਦੇਖੋ ਉਹਨਾਂ ਨੇ ਤਾਂ ਮਾਈ ਭਾਗ ਕੌਰ ਨੂੰ ਕਿਹਾ ਕਿ ਉਹ ਨਗਨ ਅਵਸਥਾ 'ਚ ਰਹਿੰਦੇ ਸੀ। ਹੁਣ ਇਹ ਜਿੱਥੋਂ ਵਿਵਾਦ ਸ਼ੁਰੂ ਹੋਇਆ ਸੀ, ਉਹ ਕਿੱਥੋਂ ਹੋਇਆ ਸੀ ਸ਼ੁਰੂ, ਕਿ ਉਹਨਾਂ ਨੇ ਭਾਈ ਜਿਹੜੇ ਕਵੀ ਸੰਤੋਖ ਸਿੰਘ ਹੋਣਾ ਦੀ ਜਿਹੜਾ ਗ੍ਰੰਥ ਹੈ ਉਹਦੇ ਵਿੱਚੋਂ ਇੱਕ ਵਰਡ ਚੁੱਕਿਆ, ਔਰ ਵਰਡ ਚੁੱਕਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਸ ਵਰਡ ਦਾ ਮਤਲਬ ਜਿਹੜਾ ਹੈ ਉਹ ਬਕਾਇਦਾ ਆਹੀ ਹੁੰਦਾ ਆ ਕਿ ਨਗਨ ਅਵਸਥਾ ਦੇ ਵਿੱਚ, ਹੈ ਨਾ, ਦਿਗੰਬਰ ਅੱਖਰ ਸੀ ਕਿ ਉਹ ਦਿਗੰਬਰ ਅਵਸਥਾ ਦੇ ਵਿੱਚ ਰਹੇ।
ਹੁਣ ਜਿੱਥੋਂ ਤੇ ਉਹ ਭਾਈ ਸਾਹਿਬ ਬੋਲ ਰਹੇ ਸੀ, ਉਹ ਕਹਿੰਦੇ ਕਿ ਦਿਗੰਬਰ ਜਿਹੜੇ ਜੈਨ ਮੁਨੀ ਹੁੰਦੇ ਆ, ਉਹ ਸਹੀ ਸੀ ਬਿਲਕੁਲ ਆਪਣੀ ਜਗ੍ਹਾ ਤੇ। ਦਿਗੰਬਰ ਜੈਨ ਮੁਨੀ ਹੁੰਦੇ ਆ, ਔਰ ਜਿਹੜੇ ਜੈਨ ਮੁਨੀ ਹੁੰਦੇ ਆ ਉਹ ਬਿਲਕੁਲ ਨਗਨ ਹੁੰਦੇ ਆ, ਉਹ ਕੱਪੜੇ ਨਹੀਂ ਪਾਉਂਦੇ। ਪਰ ਦਿਗੰਬਰ ਇੱਕ ਅਵਸਥਾ ਵੀ ਹੁੰਦੀ ਆ। ਹੁਣ ਦਿਗੰਬਰ ਅਵਸਥਾ, ਕਿਉਂਕਿ ਦਿਗੰਬਰ ਜਿਹੜਾ ਵਰਡ ਹੈ ਉਹ ਸ਼ਿਵ ਲਈ ਵੀ ਵਰਤਿਆ ਗਿਆ, ਬਕਾਇਦਾ ਸ਼ਿਵ ਸਰੋਤ ਦੇ ਵਿੱਚ ਦਿਗੰਬਰ ਵਰਡ ਆਉਂਦਾ। ਉਹ ਦਿਗੰਬਰ ਕਿਉਂ ਵਰਤਿਆ ਗਿਆ? ਕਿਉਂਕਿ ਹਿੰਦੂ ਮੈਥੋਲੋਜੀ ਦੇ ਅਕੋਰਡਿੰਗ ਮੰਨਿਆ ਜਾਂਦਾ ਕਿ ਸ਼ਿਵ ਜਿਹੜੇ ਆ ਉਹ ਡਾਇਰੈਕਸ਼ਨਲੈਸ ਆ, ਉਹਨਾਂ ਦੀ ਕੋਈ ਸੀਮਾ ਨਹੀਂ, ਉਹ ਬਿਲਕੁਲ ਆਸਮਾਨ ਵਾਂਗੂ ਵਿਸ਼ਾਲ ਹੈ, ਕਿਉਂਕਿ ਉਹਨਾਂ ਨੂੰ ਇੱਕ ਆਤਮਾ ਰੂਪ ਮੰਨਿਆ ਗਿਆ ਹੈ ਨਾ, ਉਹਨਾਂ ਨੂੰ ਬੋਡੀ ਰੂਪ ਨਹੀਂ ਮੰਨਿਆ ਗਿਆ। ਤਾਂ ਦਿਗੰਬਰ ਜਿਹੜਾ ਹੈ ਨਾ, ਸਪਿਰਿਚੁਅਲ ਲਾਈਨ ਦੇ ਵਿੱਚ ਇੱਕ ਅਵਸਥਾ ਵੀ ਹੈ। ਉਹ ਅਵਸਥਾ ਜਦੋਂ ਤੁਸੀਂ ਸਰੀਰ ਤੋਂ ਪਰੇ ਹੋ ਜਾਂਦੇ ਆ, ਜਦੋਂ ਤੁਹਾਨੂੰ ਇਹ ਸਰੀਰ ਜਿਹੜਾ ਹੈ ਨਾ, ਇਹਦੀ ਹੁਣ ਪਤਾ ਨਹੀਂ ਫਿਰ ਇਹ ਗੱਲ ਕਿਸੇ ਨੂੰ ਸਮਝ ਆਊਗੀ ਨਹੀਂ ਆਊਗੀ, ਪਰ ਅਸੈਟਿਕ ਟਰੈਵਲ ਨਾਮ ਦੀ ਵੀ ਇੱਕ ਚੀਜ਼ ਹੁੰਦੀ ਆ। ਸੋ ਦਿਗੰਬਰ ਜਿਹੜੀ ਅਵਸਥਾ, ਭਾਈ ਜਿਹੜੇ ਹੁਣ ਕਵੀ ਸੰਤੋਖ ਸਿੰਘ ਹੋਣੀ ਆ, ਉਹ ਦਿਗੰਬਰ ਅਵਸਥਾ ਦੀ ਗੱਲ ਕਰ ਰਹੇ ਆ। ਆਪਾਂ ਉਹਨਾਂ ਨੂੰ ਦਿਗੰਬਰ ਜੈਨ ਮੁਨੀਆਂ ਦੇ ਨਾਲ ਲਾ ਕੇ ਸਮਝ ਰਹੇ ਹਾਂ ਕਿ ਉਹਨਾਂ ਨੇ ਕਿਉਂਕਿ ਜੈਨ ਮੁਨੀ ਜਿਹੜੇ ਉਹ ਕੱਪੜੇ ਨਹੀਂ ਪਾਉਂਦੇ, ਇਸ ਕਰਕੇ ਉਹਨਾਂ ਨੇ ਉਹਦਾ ਵੀ ਨਾਮ, ਉਹ ਮਾਤਾ ਭਾਗ ਕੌਰ ਨੂੰ ਵੀ ਉਹਨਾਂ ਨੇ ਇਸ ਤਰੀਕੇ ਹੀ ਇੰਟਰਪ੍ਰੇਟ ਕਰ ਦਿੱਤਾ। ਬੇਸਿਕਲੀ ਉਹ ਇੱਕ ਅਵਸਥਾ ਹੈ। ਹੁਣ ਤੁਸੀਂ ਇਹ ਸੋਚੋ ਕਿ ਜਿਸ ਗੁਰੂ ਦੇ ਨਾਲ ਰਹਿ ਕੇ, ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰਨ, ਜਾਂ ਤੁਹਾਡੇ ਕੋਲ ਇੰਨੀ ਹਿੰਮਤ ਹੋਵੇ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਾ ਕੇ ਉਹਨਾਂ ਦੇ ਸਾਹਮਣੇ ਖੜੇ ਹੋ ਸਕਦੇ ਹੋ, ਤੁਹਾਡੀ ਪਰਸਨੈਲਿਟੀ ਦਾ ਵਿਸਥਾਰ ਕਿੰਨਾ ਹੋਊਗਾ। ਸਿਰਫ ਇੰਨੀ ਗੱਲ ਸਮਝੋ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਹੀ ਸੀ ਜਿਹਨੇ ਇੱਕ ਆਮ ਇਨਸਾਨ ਕੋਲੋਂ ਹਾਥੀ ਮੁੜਵਾ ਦਿੱਤਾ। ਉਹ ਉਹਨਾਂ ਦਾ ਥਾਪੜਾ ਹੀ ਸੀ, ਔਰ ਉਹ ਹੈ ਕਿਉਂਕਿ ਉਹ ਇੱਕ ਪਰਸਨੈਲਿਟੀ ਦਾ ਵਿਸਥਾਰ ਹੈ ਨਾ। ਉਹ ਇੱਕ ਅਵਸਥਾ ਵਿੱਚ ਐਸੀ ਪਹੁੰਚ ਜਾਂਦੀ ਜਿਹੜੀ ਕਿਸੇ ਸੀਮਾ ਦੇ ਵਿੱਚ ਬੰਨੀ ਨਹੀਂ ਜਾ ਸਕਦੀ ਉਹ ਅਵਸਥਾ। ਹੁਣ ਉਸ ਅਵਸਥਾ ਦਾ ਨਾਮ ਦਿਗੰਬਰ ਅਵਸਥਾ ਹੈ, ਪਰ ਆਪਾਂ ਉਹਨੂੰ ਕਿਵੇਂ ਸਮਝ ਲਿਆ? ਕਿਉਂਕਿ ਜਿੰਨੀ ਸਾਨੂੰ ਮੱਤ ਸੀ ਆਪਾਂ ਉਹਦੇ ਨਾਲ ਸਮਝ ਲਿਆ। ਸੋ ਇਹ ਜਿਹੜੀਆਂ ਗੱਲਾਂ ਨਾ, ਉਹਦੇ ਨਾਲ ਹੁਣ ਸਾਨੂੰ ਇਹ ਦੇਖਣਾ ਸੀ ਕਿ ਕਵੀ ਸੰਤੋਖ ਸਿੰਘ ਨੂੰ ਗਾਲਾਂ ਕੱਢਣ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਸੀ ਕਵੀ ਸੰਤੋਖ ਸਿੰਘ ਹੈ ਕੌਣ। ਤੁਸੀਂ ਸਾਰੇ ਜਾਣੇ ਚਾਹੇ ਉਹਨਾਂ ਨੂੰ ਪਸੰਦ ਕਰੋ ਨਾ ਕਰੋ, ਮੈਂ ਕਿਸੇ ਦਾ ਬਿਲਕੁਲ ਪੱਖ ਨਹੀਂ ਪੂਰਦੀ, ਕਿਉਂਕਿ ਮੈਨੂੰ ਪਤਾ ਆ ਕਿ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ ਬਹੁਤ ਕੁਝ ਐਸਾ ਜੋ ਗੁਰਮਤਿ ਦੇ ਅਗੇਂਸਟ ਆ। ਭਾਈ ਵੀਰ ਸਿੰਘ ਨੇ ਬਕਾਇਦਾ ਉਹਨਾਂ ਦੇ ਨੋਟਸ ਵੀ ਬਣਾ ਕੇ ਰੱਖੇ ਹੋਏ ਆ, ਦਿੱਤੇ ਹੋਇਆ ਤੁਹਾਨੂੰ ਕਿ ਆਹ ਗਲਤੀਆਂ ਹੈਗੀਆਂ। ਮੈਂ ਇਸ ਕਰਕੇ ਇਹ ਨਹੀਂ ਕਹਿੰਦੀ ਕਿ ਬਹੁਤ ਕੋਈ ਮੈਂ ਕਿਸੇ ਦਾ ਪੱਖ ਨਹੀਂ ਪੂਰਦੀ, ਮੈਂ ਕਿਸੇ ਦੀ ਮੇਰੀ ਸ਼ਰਧਾ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆ। ਪਰ ਸਿਰਫ ਇੱਕ ਮਿੰਟ ਦਿਓ ਮੈਨੂੰ, ਔਰ 1 ਮਿੰਟ ਦੇ ਵਿੱਚ ਮੈਂ ਜੋ ਕੁਝ ਵੀ ਕਹਾਂ ਉਹਨੂੰ ਜਰਾ ਸਮਝਣ ਦੀ ਕੋਸ਼ਿਸ਼ ਕਰਿਓ, ਸੋਚਣ ਦੀ ਕੋਸ਼ਿਸ਼ ਕਰਿਓ। ਭਾਈ ਸੰਤੋਖ ਸਿੰਘ ਹੈ ਕੌਣ? ਇੱਕ ਬੇਹੱਦ ਗਰੀਬ ਪਰਿਵਾਰ ਦੇ ਵਿੱਚ ਜਨਮੇ, ਔਰ ਉਸ ਤੋਂ ਬਾਅਦ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਨੂੰ ਅੰਮ੍ਰਿਤਸਰ ਜਿਹੜੇ ਆ ਉਹ ਪੜ੍ਹਨ ਨੂੰ ਭੇਜ ਦਿੰਦੇ ਆ। ਉੱਥੇ ਉਹ ਪੜ੍ਹਾਈ ਕਰਦੇ ਆ, ਸਿੱਖ ਹਿਸਟਰੀ ਦੀ ਪੜ੍ਹਾਈ ਕਰਦੇ ਆ, ਸਿੱਖ ਸਕ੍ਰਿਪਚਰਸ ਦੀ ਪੜ੍ਹਾਈ ਕਰਦੇ ਆ, ਫਾਰਸੀ ਦੀ ਪੜ੍ਹਾਈ ਕਰਦੇ ਆ, ਸੰਸਕ੍ਰਿਤ ਦੀ ਪੜ੍ਹਾਈ ਕਰਦੇ ਆ। ਉੱਥੇ ਉਹ ਪ੍ਰੋਪਰ ਆਪਣੀ 10 ਸਾਲ ਲਈ ਪੜ੍ਹਾਈ ਕਰਦੇ ਆ। ਉਸ ਤੋਂ ਬਾਅਦ ਉਹਨਾਂ ਨੂੰ ਬਨਾਰਸ ਚਲੇ ਜਾਂਦੇ ਆ। ਬਨਾਰਸ ਜਾ ਕੇ ਉੱਥੇ ਉਹਨਾਂ ਦੀ ਜਿਹੜੀ ਪੜ੍ਹਾਈ ਆ ਉਹ ਅੱਗੇ ਮੁਕੰਮਲ ਹੁੰਦੀ ਆ। 15 ਸਾਲ ਦੀ ਐਜੂਕੇਸ਼ਨ। ਹੁਣ 15 ਸਾਲ ਦੀ ਐਜੂਕੇਸ਼ਨ ਇਸ ਦੇਸ਼ ਦੇ ਵਿੱਚ ਵੀ ਜਾਂ ਕਿਤੇ ਵੀ ਹੋਰ, ਤੁਸੀਂ ਇਹ ਸੋਚ ਲਓ ਕਿ ਘੱਟੋ ਘੱਟ ਬੰਦਾ ਗ੍ਰੈਜੂਏਟ ਕਰ ਗਿਆ ਆਪਣੇ ਆਪ ਨੂੰ, ਹੈ ਨਾ, ਉਹ ਗ੍ਰੈਜੂਏਟ ਸੀਗੇ। ਤੋਂ 15 ਸਾਲ ਦੀ ਪੜ੍ਹਾਈ ਤੋਂ ਬਾਅਦ ਉਹਨਾਂ ਨੂੰ ਇੱਕ ਜਗ੍ਹਾ ਦੇ ਉੱਤੇ, ਜਦੋਂ ਆਪਾਂ ਬੋਧੀਆ ਰਿਆਸਤ ਦਾ, ਉਹ ਸਿੱਖਾਂ ਦੀ ਰਿਆਸਤ ਹੁੰਦੀ ਸੀ, ਉਸ ਰਿਆਸਤ ਦੇ ਵਿੱਚ ਉਹਨਾਂ ਨੂੰ ਰਾਜ ਕਵੀ ਲਾ ਦਿੱਤਾ ਜਾਂਦਾ। ਹੁਣ ਰਾਜ ਕਵੀ ਲੱਗਣ ਤੋਂ ਬਾਅਦ ਉਹਨਾਂ ਦੀ ਉੱਥੇ ਪੂਰੀ ਰਿਸਪੈਕਟ ਹੈ, ਪਰ ਇੱਕ ਗੱਲ ਧਿਆਨ ਦਿਓ ਜੇ, ਉਹ ਹਮੇਸ਼ਾ ਜਾਂਦੇ ਆ ਦਿਆਲਗੜ੍ਹ ਲਾਗੇ ਹੀ। ਦਿਆਲਗੜ੍ਹ ਜਾ ਕੇ ਸਿਰਫ ਉੱਥੇ ਜਾ ਕੇ ਅਰਦਾਸ ਕਰਦੇ ਨੇ, ਗੁਰੂ ਮਹਾਰਾਜ ਅੱਗੇ ਬੇਨਤੀ ਕਰਦੇ ਨੇ ਕਿ ਗੁਰੂ ਪਾਤਸ਼ਾਹ ਮੈਨੂੰ ਐਸਾ ਵਰ ਦੇ ਕਿ ਮੈਂ ਤੇਰਾ ਇਤਿਹਾਸ ਲਿਖ ਸਕਾਂ, ਮੈਂ ਤੇਰੀ ਉਸਤਤ ਲਿਖ ਸਕਾਂ। ਔਰ ਇਸੇ ਹੀ ਜਿਹੜੀ ਉਹ ਅਰਦਾਸ ਦੇ ਵਿੱਚੋਂ ਜੋ ਉਹਨਾਂ ਨੂੰ ਉਹ ਇੱਕ ਵਰ, ਕਿਉਂਕਿ ਜਦੋਂ ਵੀ ਤੁਸੀਂ ਕੁਛ ਵੀ ਲਿਖਦੇ ਆ ਨਾ ਤਾਂ ਉਹ ਵਰ ਹੀ ਹੁੰਦਾ ਹੈ ਤੁਹਾਨੂੰ। ਆਪਣੇ ਮਰਜ਼ੀ ਨਾਲ ਮੈਂ ਜੋ ਵੀ ਬੋਲਦੀ ਹਾਂ ਉਹ ਮੇਰੀ ਮਰਜ਼ੀ ਕੁਛ ਨਹੀਂ ਆ। ਤੁਸੀਂ ਕੋਈ ਨਹੀਂ ਬੋਲ ਸਕਦਾ, ਕੁਛ ਨਹੀਂ ਆਪਾਂ ਲਿਖ ਸਕਦੇ ਜਦ ਤੱਕ ਸਾਨੂੰ ਕਿਤੇ ਨਾ ਕਿਤੇ ਕੋਈ ਮੋਟੀਵੇਸ਼ਨ ਨਾ ਹੋਵੇ। ਤਾਂ ਉਹ ਜਦੋਂ ਉਹਨਾਂ ਨੂੰ ਮੋਟੀਵੇਸ਼ਨ ਆਉਂਦੀ ਆ ਤਾਂ ਉਹ 2.5 ਲੱਖ ਤੁਕ ਲਿਖਦੇ ਆ। ਕਵੀ ਸੰਤੋਖ ਸਿੰਘ ਉਹ ਹੈ ਜਿਨ੍ਹਾਂ ਨੇ 2.5 ਲੱਖ ਤੁਕ ਜਿਹੜੀ ਆ ਉਹ ਗੁਰੂ ਪਾਤਸ਼ਾਹ ਦੀ ਉਸਤਤ ਦੇ ਵਿੱਚ ਲਿਖੀ ਹੈ, ਗੁਰੂ ਪਾਤਸ਼ਾਹ ਦੇ ਇਤਿਹਾਸ ਦੀ ਲਿਖੀ ਹੈ। ਔਰ ਜਦੋਂ ਅਖੀਰ ਹੁੰਦਾ ਜਿਹੜਾ ਲਾਸਟ ਵਾਲਾ ਅਧਿਆਇ, ਤਾਂ ਉਹਦੇ ਵਿੱਚ ਉਹ ਲਿਖਦੇ ਆ ਕਿ ਜਿੰਨੀ ਕੁ ਮੇਰੀ ਮਾਤਾ ਮੈਂ ਲਿਖ ਦਿੱਤਾ, ਜਿੰਨਾ ਕੁ ਮੇਰੀ ਸੋਝੀ ਉਹਨਾਂ ਕੁ ਮੈਂ ਲਿਖ ਦਿੱਤਾ। ਯਾਨੀ ਕਿ ਉਹ ਹਜੇ ਵੀ ਹੰਬਲ ਆ 2.5 ਲੱਖ ਤੁਕ ਲਿਖਣ ਤੋਂ ਬਾਅਦ ਵੀ। 2.5 ਲੱਖ ਤੁਕ ਥੋੜ੍ਹੀ ਨਹੀਂ ਹੁੰਦੀ। ਹੁਣ ਉਹ ਸਾਡੇ ਲਈ ਲਿਟਰੇਚਰ ਹੈ, ਲਿਟਰੇਚਰ ਦਾ ਪਾਰਟ ਹੈ। ਤੁਹਾਨੂੰ ਅਗਰ ਲੱਗਦਾ ਹੈ ਕਿ ਉਹਦੇ ਵਿੱਚ ਕੁਛ ਗਲਤ ਹੈ, ਜਿਵੇਂ ਕਿ ਮੈਨੂੰ ਵੀ ਲੱਗਦਾ ਕਿ ਕੁਛ ਚੀਜ਼ਾਂ ਜਿਹੜੀਆਂ ਉਹ ਗੁਰਮਤਿ ਦੇ ਅਕੋਰਡਿੰਗ ਨਹੀਂ ਹੈਗੀਆਂ, ਤਾਂ ਆਪਾਂ ਉਹਨਾਂ ਨੂੰ ਚੇਂਜ ਕਰੀਏ।
ਕਿਸੇ ਤਰੀਕੇ ਨਾਲ ਇਕੱਠੇ ਬੈਠ ਕੇ ਆਪਾਂ ਉਹਨਾਂ ਦੇ ਵਾਸਤੇ ਕੁਛ ਤਾਂ ਕਰਨਾ ਸ਼ੁਰੂ ਕਰੀਏ। ਅਗਰ ਉਸ ਗ੍ਰੰਥ ਵਿੱਚ ਆਪਾਂ ਨਹੀਂ ਕੋਈ ਚੇਂਜ ਕਰਨੀ ਤਾਂ ਆਪਾਂ ਆਪਣਾ ਇੱਕ ਅਲੱਗ ਤੋਂ ਕੁਛ ਤਾਂ ਲਿਖੀਏ, ਪਰ ਆਪਾਂ ਕੁਛ ਨਹੀਂ ਲਿਖਣਾ, ਕਿਉਂਕਿ ਅਸੀਂ ਕੰਸਟਰਕਟ ਨਹੀਂ ਕਰ ਸਕਦੇ, ਅਸੀਂ ਡਿਸਟਰੋਏ ਕਰਨ ਵਾਲੇ ਹਾਂ। ਅਸੀਂ ਇਹ ਕਹਿਣ ਵਾਲੇ ਹਾਂ ਕਿ ਆ ਵੀ ਗਲਤ, ਆ ਵੀ ਗਲਤ, ਆ ਵੀ ਗਲਤ, ਆ ਵੀ ਝੂਠ, ਆ ਵੀ ਝੂਠ, ਆ ਵੀ ਫਰੇਬ। ਸੱਚ ਕੀ ਆ ਉਹ ਅਸੀਂ ਨਹੀਂ ਦੱਸਣਾ। ਸੋ ਜਿਨ੍ਹਾਂ ਨੂੰ ਵੀ ਜਿੱਥੋਂ ਵੀ ਇਹ ਗੱਲ ਚੱਲੀ ਸੀਗੀ, ਮੈਂ ਬਹੁਤ ਰਿਸਪੈਕਟ ਕਰਦੀ ਉਹਨਾਂ ਦੀ। ਅਗਰ ਉਹ ਇਸ ਚੀਜ਼ ਨੂੰ ਇੰਨਾ ਜਦੋਂ ਹਵਾ ਮਿਲ ਗਈ ਸੀ, ਅਤੇ ਉਸ ਤੋਂ ਬਾਅਦ ਕਾਵ ਰੂਪ ਦੇ ਵਿੱਚ ਹੀ, ਛੰਦ ਰੂਪ ਦੇ ਵਿੱਚ ਹੀ, ਜਿਸ ਤਰੀਕੇ ਨਾਲ ਕਵੀ ਸੰਤੋਖ ਸਿੰਘ ਹੋਣਾ ਨੇ ਲਿਖਿਆ, ਗੁਰੂ ਦੀ ਉਸਤਤ ਦੇ ਵਿੱਚ 2.5 ਲੱਖ ਨਹੀਂ ਤਾਂ ਘੱਟੋ ਘੱਟ 25,000 ਸ਼ਬਦ ਤਾਂ ਲਿਖ ਦਿੰਦੇ। ਤੁਕਾਂ ਛੱਡ ਦਿਓ, 25,000 ਸ਼ਬਦ ਲਿਖ ਦਿੰਦੇ। ਫਿਰ ਆਪਾਂ ਕਹਿੰਦੇ ਕਿ ਹਾਂ ਬਈ ਗੱਲ ਠੀਕ ਆ, ਗੱਲ ਬਰਾਬਰ ਦੀ ਆ। ਜਦੋਂ ਅਸੀਂ ਕੁਝ ਕੰਸਟਰਕਟ ਨਹੀਂ ਕਰ ਸਕਦੇ ਹੁੰਦੇ, ਸਾਨੂੰ ਡਿਸਟਰੋਏ ਕਰਨ ਦੀ ਵੀ ਕੋਈ ਇਜਾਜ਼ਤ ਨਹੀਂ। ਖੈਰ, ਇਹ ਜਿਹੜੀ ਮੈਂ ਉਦਾਹਰਨ ਦਿੱਤੀ ਆ ਉਹ ਮੈਂ ਇਸ ਲਈ ਦਿੱਤੀ ਆ ਕਿਉਂਕਿ 2 ਅਲੱਗ-ਅਲੱਗ ਲੈਵਲਸ ਨੇ। ਜਿਸ ਲੈਵਲ 'ਤੇ ਜਾ ਕੇ ਕਵੀ ਸੰਤੋਖ ਸਿੰਘ ਹੋਣੀ ਇਹ ਲਿਖ ਰਹੇ ਆ, ਗੁਰੂ ਪਾਤਸ਼ਾਹ ਕੋਲ ਇੱਕ ਬਕਾਇਦਾ, ਜਦੋਂ ਉਹ ਰਾਜ ਕਵੀ ਦਾ ਉਹਨਾਂ ਕੋਲ ਗੱਦੀ ਹੋ ਗਈ ਔਰ ਬਕਾਇਦਾ ਉਹਨਾਂ ਨੂੰ ਬੜਾ ਸਨਮਾਨ ਵੀ ਮਿਲਣਾ ਸ਼ੁਰੂ ਹੋ ਗਿਆ, ਫਿਰ ਵੀ ਉਹ ਜਾ ਕੇ ਅਰਦਾਸ ਜੋਦੜੀ ਕੀ ਕਰ ਰਹੇ ਕਿ ਪਰਮਾਤਮਾ ਪਾਤਸ਼ਾਹ ਮੈਨੂੰ ਇੰਨਾ ਕੁ ਬਲ ਦੇ ਕੇ ਮੈਂ ਤੇਰੀ ਉਸਤਤ ਲਿਖ ਸਕਾਂ। ਉਸ ਅਵਸਥਾ ਦੇ ਵਿੱਚ ਬੈਠੇ ਕਵੀ ਸੰਤੋਖ ਸਿੰਘ ਲਿਖ ਰਹੇ ਆ, ਔਰ ਉਹਨਾਂ ਦੀ ਜਿਹੜੀ ਪੜ੍ਹਾਈ ਆ ਉਹ ਫਾਰਸੀ ਆ, ਸੰਸਕ੍ਰਿਤ ਆ, ਉਹਦੇ ਵਿੱਚੋਂ ਜੋ ਕੁਛ ਵੀ ਉਹਨਾਂ ਦੇ ਕੋਲ ਵਰਡ ਸੀਗੇ ਉਹਨਾਂ ਨੇ ਉਹਨਾਂ ਦੇ ਨਾਲ ਲਿਖਿਆ, ਉਹਨਾਂ ਨੇ ਬੋਲਿਆ। ਆਪਾਂ ਜਦੋਂ ਉਹਨਾਂ ਨੂੰ ਸਮਝਦੇ ਹਾਂ ਤਾਂ ਅਸੀਂ ਉਹਨਾਂ ਨੂੰ ਬੜਾ ਸੁਪਰਫਿਸ਼ੀਅਲ ਲੈਵਲ ਦੇ ਉੱਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੀਆਂ ਮਤਭੇਦ ਹੋ ਸਕਦੇ ਆ, ਮੈਂ ਇਹ ਬਿਲਕੁਲ ਨਹੀਂ ਕਹਿ ਰਹੀ ਕਿ ਸਾਡੇ ਮਤਭੇਦ ਨਹੀਂ ਹੋਣੇ ਚਾਹੀਦੇ, ਮਤਭੇਦ ਹੋ ਸਕਦੇ ਆ, ਪਰ ਅਸੀਂ ਕਿਸੇ ਦੀ ਵੀ ਰਿਸਪੈਕਟ ਨੂੰ ਹੈਂਪਰ ਨਾ ਕਰੀਏ। ਹੋ ਸਕਦਾ ਤੁਹਾਡੀ ਗੱਲ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਨਾ ਹੋਵਾਂ, ਤੁਸੀਂ ਮੇਰੀ ਗੱਲ ਨਾਲ ਸਹਿਮਤ ਨਾ ਹੋਵੋ, ਪਰ ਘੱਟੋ ਘੱਟ ਅਸੀਂ ਇੱਕੋ ਗੁਰੂ ਦੇ ਬੱਚੇ ਹਾਂ, ਘੱਟੋ ਘੱਟ ਅਸੀਂ ਇੰਨਾ ਕੁ ਤਾਂ ਰੱਖੀਏ ਨਾ ਕਿ ਇੱਕ ਦੂਜੇ ਦੀ ਇੱਜ਼ਤ ਤਾਂ ਕਰ ਸਕੀਏ। ਅਸੀਂ ਇੱਕੋ ਟੇਬਲ ਦੇ ਉੱਪਰ ਬੈਠੇ ਅਗਰ ਬਿਲਕੁਲ ਵਿਪਰੀਤ ਗੱਲਾਂ ਵੀ ਕਰ ਰਹੇ ਹਾਂ, ਫਿਰ ਵੀ ਜਦੋਂ ਅਸੀਂ ਉੱਠੀਏ ਤਾਂ ਘੱਟੋ ਘੱਟ ਇਹ ਕਹਿ ਕੇ ਉੱਠੀਏ ਕਿ ਚੱਲ ਕਿਰਨ ਤੈਨੂੰ ਦੁਬਾਰਾ ਮਿਲਾਂਗੇ, ਜਾਂ ਮੈਂ ਤੁਹਾਨੂੰ ਕਹਾਂ ਕਿ ਚਲੋ ਆਪਾਂ ਦੁਬਾਰਾ ਮਿਲਾਂਗੇ। ਘੱਟੋ ਘੱਟ ਇੱਕ ਦੂਜੇ ਦੀ ਇੱਜ਼ਤ ਦੇ ਨਾਲ ਤੇ ਨਾ ਆਪਾਂ ਖਿਲਵਾੜ ਕਰੀਏ ਨਾ। ਆਪਾਂ ਇਹ ਗੰਦ ਹੈ ਜੀ, ਇਹ ਗ੍ਰੰਥ ਗੰਦ ਲਿਖਿਆ, ਪਤਾ ਨਹੀਂ ਕੀ ਵਰਡਸ ਆਪਾਂ ਯੂਜ਼ ਕਰਦੇ, ਇਹ ਸਾਡੀ ਟਰਮੀਨੋਲੋਜੀ ਨਹੀਂ ਹੈ, ਸਾਨੂੰ ਇਹ ਦੇਖਣਾ। ਸੋ ਇਹ ਜਿਹੜੀ ਮੇਰੀ ਉਦਾਹਰਣ ਹੈ, ਇਹਨੂੰ ਇੰਨਾ ਕਿ ਸਮਝਿਓ ਕਿ ਜਦੋਂ ਵੀ ਅਸੀਂ ਕੋਈ ਲਿਟਰੇਚਰ ਦੇਖ ਰਹੇ ਹਾਂ, ਜੇ ਅਸੀਂ ਭਾਈ ਗੁਰਦਾਸ ਦੀ ਵੀ ਗੱਲ ਕਰਦੇ ਹਾਂ ਕਿ ਭਾਈ ਗੁਰਦਾਸ ਨੇ ਵਾਹਿਗੁਰੂ ਸ਼ਬਦ ਜਿਹੜਾ ਹੈ ਉਹ ਵਾਵੇ ਤੋਂ ਵਿਸ਼ਨੂੰ, ਹਰੀ, ਗੋਬਿੰਦ ਔਰ ਰਾਮ ਦੀ ਗੱਲ ਕੀਤੀ ਆ, ਤਾਂ ਸਾਨੂੰ ਇਹ ਸਮਝਣਾ ਪਊਗਾ ਕਿ ਭਾਈ ਗੁਰਦਾਸ ਦੀ ਅਵਸਥਾ ਕੀ ਹੈ, ਉਸ ਅਵਸਥਾ ਤੱਕ ਸਾਨੂੰ ਜਾਣਾ ਪਊਗਾ। ਨਹੀਂ ਤਾਂ ਐਸਾ ਕੋਈ ਬੰਦਾ ਫੜਨਾ ਪਊਗਾ ਜਿਹਦੀ ਉਹ ਅਵਸਥਾ ਹੈ, ਤਾਂ ਫਿਰ ਆਪਾਂ ਸਮਝ ਸਕਦੇ ਹਾਂ। ਅਦਰਵਾਈਜ਼ ਸਾਡੇ ਪੱਲੇ ਪੈਣੀ ਨਹੀਂ ਗੱਲ, ਅੱਧੀਆਂ ਅਧੂਰੀਆਂ ਗੱਲਾਂ ਕਰਦੇ ਰਹਾਂਗੇ, ਲੜਦੇ ਰਹਾਂਗੇ, ਇਸ ਤੋਂ ਵੱਧ ਕੁਛ ਨਹੀਂ ਹੋਣਾ। ਖੈਰ, ਹੁਣ ਆਪਾਂ ਆਈਏ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵਾਹਿਗੁਰੂ ਦਾ ਜਿਹੜਾ ਜ਼ਿਕਰ ਹੈ ਉਹ ਕਿੱਦਾਂ ਆਉਂਦਾ। ਤਾਂ ਉਹਦੇ ਵਿੱਚ ਆਉਂਦਾ ਹੈ, ਵਾਹਿਗੁਰੂ 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 ਵਾਹ ਜੀਓ, ਕਵਲ ਨੈਣ ਮਧੁਰ ਬੈਨ, ਕੋਟ ਸੈਨ ਸੰਗ ਸੋਭ, कहत माँ जशोद जिसे दही भात खाए जियो। ਹੁਣ ਇਹਦੇ 'ਚ ਕਵਲ ਨੈਣ ਬਕਾਇਦਾ ਕ੍ਰਿਸ਼ਨ ਦੀ ਗੱਲ ਹੋ ਰਹੀ ਹੈ ਇਹਦੇ ਵਿੱਚ, ਜੋ ਆਪਾਂ ਨੂੰ ਸ਼ਬਦੀ ਅੱਖਰਾਂ ਤੋਂ ਸਮਝ ਲੱਗੂਗਾ ਕਿ ਕ੍ਰਿਸ਼ਨ ਦੀ ਗੱਲ ਹੁੰਦੀ ਆ। ਔਰ ਜਸ਼ੋਦਾ, ਉਹ ਕਹਿੰਦੇ ਕਿ ਜਸ਼ੋਦਾ ਮਾਂ ਜਿਹੜੀ ਆ ਉਹ ਉਹਨਾਂ ਨੂੰ ਬੁਲਾ ਰਹੀ ਆ ਕਿ ਆ ਕੇ ਦਹੀਂ ਭਾਤ ਖਾਓ, ਹੈ ਨਾ। ਔਰ ਉਸ ਤੋਂ ਅਗਲੀ ਜਿਹੜੀ ਗੱਲ ਆ, ਉਹ ਦੇਖ ਰੂਪ ਅਤ ਅਨੂਪ, ਮੋਹ ਮਹਾ ਮਗ ਪਈ, ਕਿਕਨੀ ਸ਼ਬਦ ਚੰਤਕਾਰ ਖੋਲ ਪਾਈ ਜਿਓ। ਕਿ ਉਹ ਜਿਹੜਾ ਸ਼ੀ ਇਜ਼ ਲੁਕਿੰਗ ਐਟ ਹਿਮ ਐਂਡ ਸ਼ੀ ਵਾਜ਼ ਇੰਟੌਕਸੀਕੇਟਿਡ ਵਿਦ ਡਿਲਾਈਟ। ਹੁਣ ਇੱਕ ਗੱਲ ਸਮਝਿਓ ਜ਼ਰਾ, ਕਦੀ ਮਾਂ ਆਪਣੇ ਬੱਚੇ ਨੂੰ ਵੇਖ ਕੇ ਵੀ ਡਿਲਾਈਟ ਦੇ ਨਾਲ ਇੰਟੌਕਸੀਕੇਟ ਹੁੰਦੀ ਆ? ਕਦੀ ਹੁੰਦਾ ਹੈ ਇਸ ਤਰ੍ਹਾਂ? ਉਹ ਇੱਕ ਅਲੱਗ ਲੈਵਲ ਦੇ ਉੱਤੇ ਆ, ਉਹ ਮਾਂ ਆ। ਹੁਣ ਮਾਂ ਉਹਦੇ ਵਿੱਚ ਕੀ ਦੇਖ ਰਹੀ ਆ? ਉਹ ਜਦੋਂ ਜਿਹਨੂੰ ਆਪਾਂ ਕਵਲ ਨੈਣ ਬੋਲਦੇ ਹਾਂ, ਉਹਦੇ ਵਿੱਚ ਉਸ ਪਰਮਾਤਮਾ ਦੀ ਇੱਕ ਝਲਕ ਦੇਖ ਰਹੀ ਆ। ਉਹ ਸਿਰਫ ਯਸ਼ੋਦਾ ਦੀ ਗੱਲ ਨਹੀਂ ਕੀਤੀ, ਉਹ ਹੈ, ਉਹਨੂੰ ਤੁਸੀਂ ਕਿਸੇ ਵੀ ਰੂਪ ਦੇ ਵਿੱਚ ਸਮਝ ਸਕਦੇ ਹੋ ਕਿ ਜਿਹੜਾ ਉਹ ਬੀਜ ਹੈ ਨਾ, ਉਹ ਪਰਮਾਤਮਾ ਦਾ ਬੀਜ, ਉਹ ਜਿਹੜਾ ਪਿਆ ਆ, ਉਹ ਆਪਣੀ ਝਲਕਾਰ ਦਿੰਦਾ ਆ। ਉਸ ਤੋਂ ਅਗਲੀ ਗੱਲ ਜਿਹੜੀ ਆਉਂਦੀ ਹੈ, ਕਾਲ ਕਲਮ ਹੁਕਮ ਹੱਥ, ਕਹੋ ਕੌਣ ਮੇਟ ਸਕੇ, ਇਸ ਬ੍ਰਹਮ ਗਾਨ ਧਾਨ ਧਰਤ ਹੀ ਹੈ ਚਾਹੇ। ਹੁਣ ਇਹਦੇ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਸ਼ਿਵਾ ਬ੍ਰਹਮਾ ਸਾਰੇ ਉਹ ਜਿਹੜੇ ਆ, ਉਹ ਉਸ ਕਵਲ ਨੈਣ ਦੀ, ਜੋ ਕਵਲ ਨੈਣ ਹੈ, ਉਸ ਦੀ ਜਿਹੜੀ ਉਪਮਾ ਹੈ, ਉਹਦੀ ਜਿਹੜੀ ਸਪਿਰਿਚੁਅਲ ਵਿਜ਼ਡਮ ਹੈ, ਉਹਨੂੰ ਆਪਣੇ ਅੰਦਰ ਨਹੀਂ ਸਮਾ ਸਕਦੇ। ਹੁਣ ਆਹ ਗੱਲ ਬਹੁਤ ਇੰਪੋਰਟੈਂਟ ਆ, ਇੱਥੋਂ ਹੀ ਸਾਰਾ ਗੱਲ ਕਲੀਅਰ ਹੋਊਗੀ ਕਿ ਕਿੱਦਾਂ ਜਿਹੜੇ ਭੱਟ ਸਾਹਿਬ ਨੇ ਉਹ ਕ੍ਰਿਸ਼ਨ ਦੀ ਗੱਲ ਐਜ਼ ਕ੍ਰਿਸ਼ਨ, ਜਿੱਦਾਂ ਤੁਸੀਂ ਸਾਰੇ ਸਮਝਦੇ ਹੋ ਕ੍ਰਿਸ਼ਨ ਜੀ ਨੂੰ, ਉੱਦਾਂ ਨਹੀਂ ਕਰ ਰਹੇ। ਦੇਖੋ ਇੱਕ ਗੱਲ ਇਹਨੂੰ ਸਮਝ ਲਓ ਮੇਰੇ ਨਾਲ ਕਿ
ਕ੍ਰਿਸ਼ਨ ਦਾ ਨਾਮ, ਹਰੀ ਦਾ ਨਾਮ, ਰਾਮ ਦਾ ਨਾਮ ਆਉਣਾ ਕਿਉਂ ਜ਼ਰੂਰੀ ਹੈ? ਹੁਣ ਜੇ ਭੱਟ ਸਾਹਿਬ ਇਹ ਲਿਖਦੇ ਕਿ ਉਹ ਜੀਐਸ ਬਾਰੇ ਗੱਲ ਕਹਿੰਦੇ, ਉਹ ਕਹਿੰਦੇ ਕਿ ਜੀਐਸ ਦੀ ਮਾਂ ਨੂੰ ਵੇਖ ਰਹੀ ਹੈ, ਜਾਂ ਉਹ ਕਹਿੰਦੇ ਐਫਰੋਡਾਈਟੀ ਬਾਰੇ ਗੱਲ ਕਰਦੇ, ਤੁਹਾਨੂੰ ਲੱਗਦਾ, ਤੁਹਾਡੇ ਸਮਝ ਆਉਂਦੀ ਕਿ ਹੂ ਇਜ਼ ਜੀਐਸ? ਇਰੋਸ ਕੌਣ ਆ? ਐਫਰੋਡਾਈਟੀ ਕੌਣ ਆ? ਤੁਹਾਨੂੰ ਪਤਾ ਲੱਗਦਾ? ਨਹੀਂ ਨਾ। ਕਿਉਂ ਨਹੀਂ ਲੱਗਦਾ? ਕਿਉਂਕਿ ਕ੍ਰਿਸ਼ਨ, ਰਾਮ, ਇਹ ਸਾਰੇ ਸਾਡੇ ਕਲਚਰ ਦੇ ਵਿੱਚ ਨੇ। ਸਾਨੂੰ ਕਲਚਰਲੀ ਉਹ ਸਮਝ ਆ ਸਕਦੀ ਹੈ। ਉਸ ਖਿੱਤੇ ਦੇ ਲੋਕਾਂ ਨੂੰ ਜਦੋਂ ਉਹ ਕਹਿੰਦੇ ਆ ਰਾਮ, ਤਾਂ ਰਾਮ ਨੂੰ ਬਹੁਤ ਸਾਰੇ ਲੋਕ ਜਿਹੜੇ ਉਹ ਪੂਜਦੇ ਆ। ਕ੍ਰਿਸ਼ਨ ਨੂੰ ਬਹੁਤ ਸਾਰੇ ਲੋਕ ਪਰਮਾਤਮਾ ਦਾ ਨਾਮ ਲੈ ਕੇ ਪੂਜਦੇ, ਇਸ ਕਰਕੇ ਉਹਨਾਂ ਨਾਮਾਂ ਦੇ ਨਾਲ ਸੰਬੋਧਨ ਕਰਨਾ ਆਸਾਨ ਸੀ। ਹੁਣ ਜੀਐਸ ਦੇ ਨਾਮ ਨਾਲ ਭੱਟ ਸਾਹਿਬ ਸੰਬੋਧਨ ਕਰ ਸਕਦੇ ਸੀ, ਪਰ ਤੁਹਾਡੇ ਸਮਝ ਨਹੀਂ ਸੀ ਪੈਣੀ ਕਿ ਜੀਐਸ ਕੌਣ ਹੈ, ਇਹ ਕਿਹੜੀਆਂ ਗੱਲਾਂ ਕਰ ਰਹੇ ਆ। ਇਸ ਕਰਕੇ ਉਹਨਾਂ ਨੇ ਉਹ ਨਾਮ ਫੜੇ ਜਿਹੜੇ ਤੁਸੀਂ ਸਮਝ ਸਕੋ। ਹੁਣ ਇਸੇ ਚੀਜ਼ ਨੂੰ ਮੈਂ ਅਗਲੇ ਦੱਸਦੀ ਹਾਂ ਕਿ ਕਿੱਦਾਂ, ਜਦੋਂ ਹੁਣ ਆਹ ਇੱਕ ਗੱਲ ਨਾਲ ਫੜ ਲਿਓ, ਕਹਿੰਦੇ ਆ ਕਿ ਉਸ ਕੰਵਲ ਨੈਣ ਦੀ ਮਾਂ ਯਸ਼ੋਦਾ ਜਿਹੜੀ ਆ, ਉਹ ਇੰਨੀ ਜ਼ਿਆਦਾ ਉਤਸ਼ਾਹ ਨਾਲ, ਉਲਾਸ ਨਾਲ ਭਰ ਜਾਂਦੇ ਉਹਨੂੰ ਦੇਖ ਕੇ ਕਿ ਉਹ ਡਿਲਾਈਟਡ ਹੋ ਉੱਠਦੀ ਆ। ਔਰ ਉਹੀ ਕਹਿੰਦੇ ਕਿ ਉਸ ਕੰਵਲ ਨੈਣ ਦਾ ਕਿਸੇ ਨੇ ਵੀ, ਬ੍ਰਹਮਾ ਨੇ ਔਰ ਸ਼ਿਵ ਨੇ, ਕਿਸੇ ਨੇ ਪਾਰ ਨਹੀਂ ਪਾਇਆ। ਇਹ ਗੱਲ ਉਹ ਲਿਖਦੇ ਆ। ਤਾਂ ਉਸ ਤੋਂ ਬਾਅਦ ਹੁਣ ਇਹਦੇ ਵਿੱਚ ਇੱਕ ਗੱਲ ਜ਼ਰਾ ਧਿਆਨ ਦਿਓ ਜੇ ਕਿ ਬ੍ਰਹਮਾ ਅਤੇ ਸ਼ਿਵ ਦੀ ਗੱਲ ਹੋਈ ਹੈ, ਅਤੇ ਜਿਹੜੇ ਕ੍ਰਿਸ਼ਨ ਹੈ ਉਹ ਸ਼ਿਵ ਦੀ ਉਪਾਸਕ ਹੈ, ਸ਼ਿਵ ਦੀ ਪੂਜਾ ਕਰਦੇ ਆ। ਹੁਣ ਤੁਸੀਂ ਇਹ ਜ਼ਰਾ ਸਮਝਿਓ ਕਿ ਜੇ ਤੁਸੀਂ ਗੁਰੂ ਨਾਨਕ ਨੂੰ ਗੁਰੂ ਮੰਨਦੇ ਆ, ਤਾਂ ਤੁਸੀਂ ਇਹ ਕਹਿ ਸਕਦੇ ਆ ਕਿ ਗੁਰੂ ਨਾਨਕ ਤੁਹਾਨੂੰ ਸਮਝੇ ਹੀ ਨਹੀਂ। ਤੁਸੀਂ ਤਾਂ, ਇਹ ਤਾਂ ਹੋ ਸਕਦਾ ਕਿ ਗੁਰੂ ਨਾਨਕ ਨੂੰ ਤੁਸੀਂ ਨਾ ਸਮਝੋ। ਇਹ ਤਾਂ ਹੋ ਸਕਦਾ ਕਿ ਤੁਹਾਡੀ ਜਿਹੜੀ, ਜਿੱਦਾਂ ਹੁਣ ਮੇਰੇ ਦਿਮਾਗ ਦੇ ਵਿੱਚ ਜਦੋਂ ਮੈਂ ਇੱਕ ਓਂਕਾਰ ਦੀ ਗੱਲ ਕਰਦੀ ਹਾਂ, ਤਾਂ ਮੈਂ ਸਿਰਫ ਇਮੈਜਿਨ ਕਰ ਸਕਦੀ ਹਾਂ ਕਿ ਗੁਰੂ ਨਾਨਕ ਦੀ ਪਰਸਨੈਲਿਟੀ ਕੀ ਹੋਊਗੀ, ਪਰ ਗੁਰੂ ਨਾਨਕ ਦੀ ਵਿਜ਼ਡਮ ਨੂੰ ਸਮਝਣਾ ਮੇਰੇ ਵੱਸ ਦੀ ਗੱਲ ਨਹੀਂ। ਪਰ ਜੇ ਹੁਣ ਇਹਨੂੰ ਮੈਂ ਇੰਝ ਕਹਾਂ ਕਿ ਗੁਰੂ ਨਾਨਕ ਦੇ ਵੱਸ ਦੀ ਗੱਲ ਨਹੀਂ ਮੈਨੂੰ ਸਮਝਣਾ, ਤਾਂ ਫਿਰ ਤਾਂ ਬੇਵਕੂਫੀ ਹੈ ਨਾ। ਇਸੇ ਤਰੀਕੇ ਨਾਲ ਅਗਰ ਕ੍ਰਿਸ਼ਨ ਦੀ ਗੱਲ ਹੀ ਹੋ ਰਹੀ ਹੁੰਦੀ, ਉਹ ਕ੍ਰਿਸ਼ਨ ਜਿਹਨੂੰ ਤੁਸੀਂ ਸਮਝਦੇ ਹੋ, ਸ਼੍ਰੀ ਕ੍ਰਿਸ਼ਨ ਜਿਹੜੇ ਮਹਾਭਾਰਤ ਵਾਲੇ, ਜੇ ਤੁਸੀਂ ਉਹਨਾਂ ਦੀ ਗੱਲ ਕਰਦੇ ਆ, ਕਿ ਜੇ ਇਹਦੇ ਵਿੱਚ ਉਹਨਾਂ ਦੀ ਹੀ ਗੱਲ ਹੋ ਰਹੀ ਹੁੰਦੀ ਨਾ, ਤੇ ਫਿਰ ਸ਼ਿਵ ਨੂੰ ਕ੍ਰਿਸ਼ਨ ਨੂੰ ਸਮਝਣ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਣੀ ਸੀ, ਕਿਉਂਕਿ ਕ੍ਰਿਸ਼ਨ ਜਿਹੜੇ ਨੇ ਉਹ ਸ਼ਿਵ ਦੇ ਭਗਤ ਨੇ। ਔਰ ਇਹ ਬਕਾਇਦਾ ਮੈਂ ਆਪਣੇ ਕੋਲੋਂ ਨਹੀਂ ਲਾ ਕੇ ਕਹਿ ਰਹੀ, ਤੁਸੀਂ ਅੱਜ ਵੀ ਚਲੇ ਜਾਓ ਵਰਿੰਦਾਵਨ ਦੇ ਵਿੱਚ ਗੋਪੇਸ਼ਵਰ ਮਹਾਦੇਵ ਮੰਦਿਰ ਹੈ। ਔਰ ਗੋਪੇਸ਼ਵਰ ਮਹਾਦੇਵ ਮੰਦਿਰ ਹੈ ਹੀ ਇਸ ਲਈ ਕਿਉਂਕਿ ਉੱਥੇ ਜਿਹੜੇ ਸ਼੍ਰੀ ਕ੍ਰਿਸ਼ਨ ਹੋਏ ਨੇ, ਉਹ ਜਾ ਕੇ ਸ਼ਿਵ ਦੀ ਪੂਜਾ ਕਰਦੇ ਸੀਗੇ। ਔਰ ਇਸ ਤੋਂ ਬਿਨਾਂ ਵੀ ਬਹੁਤ ਸਾਰੀਆਂ ਉਦਾਹਰਨਾਂ ਮਹਾਭਾਰਤ ਦੇ ਵਿੱਚੋਂ ਤੁਹਾਨੂੰ ਮਿਲ ਜਾਂਦੀਆਂ। ਮਹਾਭਾਰਤ ਦੇ ਵਿੱਚ 24ਵੇਂ ਅਧਿਆਏ ਦੇ ਵਿੱਚ ਇਹ ਗੱਲ ਆਉਂਦੀ ਆ, ਅਨੁਸ਼ਾਸਨਿਕ ਪਰਵ ਦੇ ਵਿੱਚ ਆਉਂਦੀ ਆ ਕਿ ਉਹਦੇ ਵਿੱਚ ਯੁਧਿਸ਼ਟਰ ਜਿਹੜੇ ਆ ਉਹ ਬਕਾਇਦਾ ਭੀਸ਼ਮ ਨੂੰ ਕਹਿੰਦੇ ਨੇ ਕਿ ਤੁਸੀਂ ਮੈਨੂੰ ਸ਼ਿਵ ਬਾਰੇ ਦੱਸੋ, ਅਤੇ ਭੀਸ਼ਮ ਪਿਤਾਮਾ ਕਹਿੰਦੇ ਕਿ ਮੈਂ ਸ਼ਿਵ ਬਾਰੇ ਕੁਛ ਨਹੀਂ ਦੱਸ ਸਕਦਾ। ਕ੍ਰਿਸ਼ਨ ਜਿਹੜੇ ਆ ਉਹ ਸਭ ਤੋਂ ਇਨਲਾਈਟਨਡ ਹੈ, ਕ੍ਰਿਸ਼ਨ ਸਾਡੇ ਰੱਬ ਆ, ਅਤੇ ਕ੍ਰਿਸ਼ਨ ਦੱਸ ਸਕਦੇ ਆ ਕਿ ਸ਼ਿਵ ਕੀ ਹੈ। ਤਾਂ ਜਦੋਂ ਯੁਧਿਸ਼ਟਰ ਕ੍ਰਿਸ਼ਨ ਨੂੰ ਪੁੱਛਦੇ ਆ ਤਾਂ ਕ੍ਰਿਸ਼ਨ ਕਹਿੰਦੇ ਆ ਕਿ ਸ਼ਿਵ ਦੀ ਮਹਿਮਾ ਮੈਂ ਨਹੀਂ ਦੱਸ ਸਕਦਾ। ਹੁਣ ਭੱਟ ਸਾਹਿਬ ਕੀ ਕਹਿ ਰਹੇ ਆ ਕਿ ਜਿਹੜਾ ਕੰਵਲ ਨੈਣ ਹੈ, ਜਿਹਨੂੰ ਦੇਖ ਕੇ ਯਸ਼ੋਦਾ ਮਾਂ ਜਿਹੜੀ ਆ ਉਲਾਸ ਨਾਲ ਭਰ ਰਹੀ ਆ, ਉਹਦੀ ਉਪਮਾ ਸ਼ਿਵ ਨਹੀਂ ਕਹਿ ਸਕਦੇ, ਸ਼ਿਵ ਨਹੀਂ ਸਮਝ ਸਕਦੇ, ਭੱਟ ਸਾਹਿਬ ਕਹਿ ਰਹੇ ਆ। ਪਰ ਅਸਲ ਦੇ ਵਿੱਚ ਜਿਹੜੇ ਸ਼੍ਰੀ ਕ੍ਰਿਸ਼ਨ ਹੋਏ ਨੇ, ਜਿਨ੍ਹਾਂ ਨੂੰ ਮਹਾਭਾਰਤ ਵਾਲੇ ਸ਼੍ਰੀ ਕ੍ਰਿਸ਼ਨ, ਉਹਨਾਂ ਨੂੰ ਉਹ ਕਹਿੰਦੇ ਨੇ ਕਿ ਸ਼ਿਵ ਦੀ ਉਪਮਾ ਮੈਂ ਨਹੀਂ ਕਹਿ ਸਕਦਾ, ਕਿਉਂਕਿ ਮੈਂ ਤਾਂ ਬਹੁਤ ਛੋਟੀ ਜਿਹੀ ਚੀਜ਼ ਹਾਂ। ਇਹ ਬਕਾਇਦਾ ਮਹਾਭਾਰਤ ਦੇ ਵਿੱਚ ਹੈ। ਉਸ ਤੋਂ ਬਾਅਦ ਉਹ ਇਹ ਵੀ ਕਹਿੰਦੇ ਨੇ ਕਿ ਜਿਹੜੀ ਉਹਨਾਂ ਦੀ ਇੱਕ ਪਟਰਾਣੀ ਸੀ ਜਾਂਬਵੰਤੀ, ਉਹ ਜਾਂਬਵੰਤੀ ਨੇ ਜਦੋਂ ਕ੍ਰਿਸ਼ਨ ਨੂੰ ਕਿਹਾ ਕਿ ਮੈਨੂੰ ਇੱਕ ਬੱਚਾ, ਇੱਕ ਬੇਟਾ ਤੁਹਾਡੇ ਵਰਗਾ ਚਾਹੀਦਾ, ਤਾਂ ਬਕਾਇਦਾ ਉਹ ਸ਼ਿਵ ਦੀ ਪੂਜਾ ਕਰਦੇ ਨੇ। ਉਹਨਾਂ ਨੇ ਇੱਕ ਗੁਰੂ ਧਾਰਿਆ, ਉਪਮਨਿਊ ਜਿਹੜਾ ਬ੍ਰਹਮ ਰਿਸ਼ੀ ਉਪਮਨਿਊ ਨੂੰ ਆਪਣਾ ਗੁਰੂ ਧਾਰਿਆ, ਬਕਾਇਦਾ ਉਹਨਾਂ ਕੋਲ ਸ਼ਿਵ ਦੀ ਦੀਕਸ਼ਾ ਲਈ, ਔਰ ਫਿਰ ਉਸ ਤੋਂ ਬਾਅਦ ਬਕਾਇਦਾ ਜਿਹੜਾ ਆਪਣਾ ਪੂਰਾ ਫਾਸਟਿੰਗ ਐਂਡ ਸਾਰਾ ਜੋ ਵੀ ਉਹਨਾਂ ਦੀ ਉਹ ਦੀਕਸ਼ਾ ਦੇ ਵਿੱਚ ਜੋ ਕੁਛ ਵੀ ਉਹਨਾਂ ਨੂੰ ਵਿਧੀ ਵਿਧਾਨ ਦੱਸੇ, ਉਸ ਵਿਧੀ ਵਿਧਾਨ ਦੇ ਵਿੱਚ ਜਾ ਕੇ ਸ਼੍ਰੀ ਕ੍ਰਿਸ਼ਨ ਨੇ ਸ਼ਿਵ ਕੋਲੋਂ ਆਪਣੇ ਇੱਕ ਬੇਟੇ ਦਾ ਜਿਹੜਾ ਜਾਂਬਵੰਤੀ ਵਾਸਤੇ ਬੂਨ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਉਹ ਲਿਆ, ਔਰ ਉਸ ਬੇਟੇ ਦਾ ਨਾਮ ਸਾਂਬ ਸੀ। ਹੁਣ ਜਿਹੜੇ ਸ਼੍ਰੀ ਕ੍ਰਿਸ਼ਨ ਸ਼ਿਵ ਦੀ ਭਗਤੀ ਕਰ ਰਹੇ ਨੇ, ਕਿਸੇ ਹੋਰ ਨੂੰ ਗੁਰੂ ਧਾਰ ਕੇ ਦੀਕਸ਼ਿਤ ਹੋ ਕੇ ਸ਼੍ਰੀ ਕ੍ਰਿਸ਼ਨ ਜਿਹੜੇ ਨੇ ਉਹ ਸ਼ਿਵ ਦੀ ਭਗਤੀ ਕਰਕੇ ਉਹਨਾਂ ਕੋਲੋਂ ਬੇਟੇ ਦੀ ਦਾਤ ਪ੍ਰਾਪਤ ਕਰ ਰਹੇ ਨੇ। ਤੁਹਾਨੂੰ ਲੱਗਦਾ ਹੈ ਕਿ ਸ਼ਿਵ ਸ਼ਿਵ ਉਹਨਾਂ ਨੂੰ ਸਮਝਣਗੇ ਨਹੀਂ, ਉਸ ਸ਼੍ਰੀ ਕ੍ਰਿਸ਼ਨ ਨੂੰ ਸਮਝਣਗੇ ਨਹੀਂ? ਪਰ ਭੱਟ ਸਾਹਿਬ ਕਹਿ ਰਹੇ ਨੇ ਕਿ ਜਿਹੜੇ ਕੰਵਲ ਨੈਣ ਵਾਲੇ ਦੀ ਗੱਲ ਮੈਂ ਕਰ ਰਿਹਾ, ਸ਼ਿਵ ਔਰ ਬ੍ਰਹਮਾ ਉਹਨਾਂ ਨੂੰ ਸਮਝਦੇ ਨਹੀਂ, ਮਤਲਬ ਪੂਰੀ ਤਰ੍ਹਾਂ ਸਮਝਦੇ ਨਹੀਂ, ਹੈ ਨਾ। ਹੁਣ ਇੱਥੇ ਇੰਨੀ ਕੁ ਗੱਲ ਹੀ ਆਈ ਥਿੰਕ ਇਹ ਪ੍ਰੂਵ ਕਰਨ ਨੂੰ ਕਾਫੀ ਹੈ, ਤੁਸੀਂ ਸਮਝ ਗਏ ਹੋਵੋਗੇ ਕਿ ਇਹ ਦੋ ਅਲੱਗ-ਅਲੱਗ ਗੱਲਾਂ ਹੋ ਰਹੀਆਂ।
ਇਸ ਤੋਂ ਬਾਅਦ ਆਪਾਂ ਅਗਲੀ ਵਾਰੀ ਜਦੋਂ ਗੱਲ ਕਰਾਂਗੇ ਜਿਹੜੀ ਅਗਲੇ ਐਪੀਸੋਡ ਦੇ ਵਿੱਚ, ਉਦੋਂ ਮੈਂ ਤੁਹਾਡੇ ਨਾਲ ਵਾਹਿਗੁਰੂ ਦੀ ਗੱਲ ਕਰੂੰਗੀ। ਹੁਣ ਇੰਨੀ ਕੁ ਆਪਾਂ ਸਮਝ ਲਈਏ ਕਿ ਇੰਨੀ ਕੁ ਗੱਲ ਕਹਿ ਕੇ ਮੈਂ ਆਪਣੀ ਬਾਣੀ ਨੂੰ ਵਿਸ਼ਰਾਮ ਦਿੰਦੀ ਹਾਂ ਕਿ ਜਿਹੜੇ ਵਵਾ ਵਿਸ਼ਨੂੰ ਹਰੀ ਔਰ ਗੋਬਿੰਦ ਔਰ ਰਾਮ ਦੀ ਗੱਲ ਭਾਈ ਗੁਰਦਾਸ ਜੀ ਕਰ ਰਹੇ ਨੇ, ਉਹਨਾਂ ਨੂੰ ਸਮਝਣਾ ਪਊਗਾ ਕਿ ਉਹਨਾਂ ਦੀ ਪਰਸਨੈਲਿਟੀ ਕੀ ਆ, ਉਹ ਹੈ ਕੀ ਆ। ਉਸ ਤੋਂ ਬਾਅਦ ਆਪਾਂ ਚੱਲ ਸਕਦੇ ਹਾਂ। ਜਿੰਨੀ ਕੁ ਚੀਜ਼ ਤੁਹਾਨੂੰ ਜਾਂ ਮੈਨੂੰ ਪਤਾ, ਆਪਾਂ ਓਨੇ ਦੇ ਵਿੱਚ ਆਪਣੇ ਆਪ ਨੂੰ ਜਕੜ ਕੇ ਨਾ ਰੱਖੀਏ, ਜੜ ਨਾ ਕਰੀਏ, ਆਪਾਂ ਉਸ ਤੋਂ ਅੱਗੇ ਨਿਕਲੀਏ, ਵਿਸਥਾਰ ਕਰੀਏ। ਔਰ ਦੂਸਰੀ ਗੱਲ, ਜਿਸ ਚੀਜ਼ ਦਾ ਵੀ ਜਵਾਬ ਤੁਹਾਨੂੰ ਚਾਹੀਦਾ ਗੁਰੂ ਗ੍ਰੰਥ ਸਾਹਿਬ ਦੇਣਗੇ। ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਪ੍ਰੋਪਰ ਪੂਰਨ ਜਵਾਬ ਤੁਹਾਨੂੰ ਕਿਤੋਂ ਨਹੀਂ ਮਿਲ ਸਕਦਾ। ਇੰਨੀ ਗੱਲ ਕਹਿ ਕੇ ਮੈਂ ਆਪਣੀ ਬਾਣੀ ਨੂੰ ਵਿਸ਼ਰਾਮ ਦਿੰਦੀ ਹਾਂ ਜੀ। ਅਗਲੀ ਵਾਰੀ ਫਿਰ ਮਿਲਦੇ ਹਾਂ। ਵਾਹਿਗੁਰੂ ਵਰਡ ਦੀ ਸਾਰੀ ਹਰ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਜਿੰਨੀ ਕੁ ਮੇਰੀ ਮੱਤ ਹੈ ਉਸ ਅਕੋਰਡਿੰਗ ਮੈਂ ਤੁਹਾਡੇ ਨਾਲ ਸਾਂਝੀ ਕਰੂੰਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।